ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। अब मैं कौन उपाय करूं, जेह विद मन को संसा चूकै, भव निध पार परों। अब मैं कौन उपाय करूं, जेह विद मन को संसा चूकै, भव निध पार परों। जन्म पाए कछ फलो न कीनो, ताते अधिक डरों। मन बच क्रम हर गुण नहीं गाए, यह जी सोच तरों। गुरमत सुन कछ ज्ञान न उपजियो, पस ज्यों उदर भरों। कहो नानक प्रभ बिरद पछानो, तब हों पतित तरों। गुरमत सुन कछ ज्ञान न उपजियो, पस ज्यों उदर भरों। कहो नानक प्रभ बिरद पछानो, तब हों पतित तरों। दंडोत बंदन अनेक बार, सर्व कला समरथ। डोलन ते राखो हो प्रभु, नानक दे कर हथ। परम सन्मान योग चवर छतर तख्त दे मालिक, जुगो जुग अटल। साहिब श्री गुरु ग्रंथ साहिब सच्चे पातशाह महाराज जी दी से गुरु ग्रंथ साहिब जी दी ये बख्शिश है कि हजूर ने उचारण विच शब्द इक्को जिहा रहिंदा है, पर प्रकरण अनुसार शब्द जिहड़ा है वो अर्थ बदल दिंदा है। उचारण विच शब्द इक्को जिहा ही बोलिया जाएगा, पर जदों असीं उस शब्द दे अर्थ करांगे ते वो अर्थ प्रकरण अनुसार की शब्द विच प्रकरण विशा चल रहा है, उस दे अर्थ जिहड़े ने उसे अनुसार ही होणगे। जिवें अक्सर मैं एक बेनती करना होना, शब्द है घर, उचारण एक ही रहेगा, पर पूरे गुरु ग्रंथ साहिब विच एक घर शब्द जिहड़ा है वो अर्थ प्रकरण अनुसार बदली जाएगा। सोरठ महला पंजवां घर तीजा, क्योंकि राग दे नाल 1 तो ले के 17 तक घर गुरुदेव ने दर्ज कीते।
ਆਪ ਨੂੰ ਹਜ਼ੂਰ ਦੇ ਸਵਰੂਪ ਚੋਂ ਦਰਸ਼ਨ ਹੋਣਗੇ। ਉੱਥੇ ਰਾਗ ਦਾ ਸੰਬੰਧ ਗਾਇਕੀ ਨਾਲ ਹੈ। ਪਰ ਜਦੋਂ ਆਪ ਜੀ ਰਾਤ ਨੂੰ ਸੌਣ ਲੱਗਿਆ ਪਾਠ ਕਰਦੇ ਹੋ, 6 ਘਰ 6 ਗੁਰ 6 ਉਪਦੇਸ਼, ਉੱਥੇ ਘਰ ਸੰਗੀਤ ਵਾਲਾ ਅਰਥ ਨਹੀਂ ਰੱਖੇਗਾ। ਉੱਥੇ ਘਰ ਦੇ ਅਰਥ ਹੋ ਜਾਣਗੇ 6 ਸ਼ਾਸਤਰ, ਹਿੰਦੂਇਜ਼ਮ ਨਾਲ ਸੰਬੰਧਿਤ ਗ੍ਰੰਥ। ਇਸੇ ਤਰ੍ਹਾਂ ਜਦੋਂ ਅਸੀਂ ਪਾਠ ਕਰਾਂਗੇ ਬਾਬਾ ਜੈ ਘਰ ਕਰਤੇ ਕੀਰਤ ਹੋਏ, ਅਰਥ ਉਹਦਾ ਸਤ ਸੰਗਤ ਵੀ ਕੀਤਾ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ ਸ਼ਬਦ ਉਚਾਰਨ ਇੱਕੋ ਰੱਖੇਗਾ ਪਰ ਅਰਥ ਬਦਲ ਜਾਏਗਾ। ਜਪ ਨਿਸ਼ਾਨ, ਨਿਸ਼ਾਨ ਦੇ ਅਰਥ ਕੋਸ਼ ਵਿੱਚ ਬਹੁਤ ਨੇ, ਫਿਰ 5 ਅਰਥ, ਸਿਰਫ 4-5 ਅਰਥ। ਇੱਕ ਨਿਸ਼ਾਨ ਦਾ ਅਰਥ ਹੈ ਨਿਸ਼ਾਨ ਸਾਹਿਬ। ਚਲੋ ਅਸੀਂ ਨਿਸ਼ਾਨ ਸਾਹਿਬ ਕਹਿੰਦੇ ਆ, ਉਂਝ ਨਿਸ਼ਾਨ ਤੁਜਾ ਨੂੰ, ਝੰਡੇ ਨੂੰ ਕਿਹਾ ਜਾਂਦਾ ਹੈ। ਦੂਸਰਾ ਨਿਸ਼ਾਨ ਦਾ ਅਰਥ ਹੁੰਦਾ ਨਗਾਰਾ, ਉਸ ਨੂੰ ਵੀ ਨਿਸ਼ਾਨ ਕਹਿੰਦੇ ਆ। ਤੀਸਰਾ ਨਿਸ਼ਾਨ ਦਾ ਅਰਥ ਹੁੰਦਾ ਚਿੰਨ, ਨਿਸ਼ਾਨੀ। ਤੇ ਚੌਥਾ ਨਿਸ਼ਾਨ ਦਾ ਅਰਥ ਹੁੰਦਾ ਹੈ ਹਸਤਾਖਰ ਕਰਨੇ, ਸਾਈਨ ਕਰਨੇ, ਸਿਗਨੇਚਰ ਕਰਨੇ, ਉਹਨੂੰ ਵੀ ਨਿਸ਼ਾਨ ਕਿਹਾ ਜਾਂਦਾ ਹੈ। ਤੇ ਇਹ ਵੀ ਸੱਚ, ਕੋਈ ਜ਼ਰੂਰੀ ਨਹੀਂ ਕਿ ਬੰਦਾ ਉੱਥੇ ਸਾਈਨ ਕਰੇ, ਸਿਗਨੇਚਰ ਕਰੇ। ਉੱਥੇ ਕਈ ਵਾਰੀ ਅੰਗੂਠਾ ਵੀ ਲਾ ਦਿੰਦੇ, ਲਿਖਿਆ ਹੁੰਦਾ ਨਿਸ਼ਾਨ। 5ਵਾਂ ਨਿਸ਼ਾਨ ਦਾ ਅਰਥ ਹੈ ਰਾਹਦਾਰੀ। ਜਦੋਂ ਤਤਕਰੇ ਦੇ ਅਰਥ ਗੁਰਸਿੱਖਾਂ ਨੇ ਕੀਤੇ, ਜਪ ਨਿਸ਼ਾਨ, ਤੇ ਦਾਸ ਪਿਛਲੇ ਦਿਨਾਂ ਤੋਂ ਇਹ ਬੇਨਤੀ ਕਰਦਾ ਆ ਰਿਹਾ ਕਿ ਅਸੀਂ ਤੁਸੀਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਕਹਿੰਦੇ ਆ। ਬਹੁਤ ਚੰਗਾ ਹੋਵੇ ਕਿ ਹਰ ਗੁਰਸਿੱਖ ਜਿਹੜਾ ਗੁਰਬਾਣੀ ਨੂੰ ਇਸ਼ਕ ਕਰਦਾ ਹੈ, ਉਹਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਬਿਓਰੇ ਦੇ ਅਰਥਾਂ ਦਾ ਜਾਣਕਾਰੀ ਹੋਵੇ। ਬਾਣੀ ਬਿਓਰੇ ਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਕਿਹੜੀ ਕਿਹੜੀ, ਜਿਹੜੇ ਸਰਲੇਖ ਆਏ ਨੇ ਜਾਂ ਸਮਾਪਤੀ ਤੇ ਸ਼ਬਦ ਆਏ ਨੇ, ਉਹਨਾਂ ਦੇ ਅਰਥ ਕੀ ਨੇ। ਜੇ ਹਰ ਸਿੱਖ ਨੂੰ ਬਾਣੀ ਬਿਓਰੇ ਦਾ ਪਤਾ ਹੋਵੇਗਾ ਤੇ ਸੱਚ ਇਹ ਵੇ ਕਿ ਦੂਜੇ ਨੂੰ ਸਮਝਾਉਣ ਤੇ ਸਮਝਣ ਵਿੱਚ ਬਹੁਤ ਸੁਖੈਨਤਾ ਹੋਵੇਗੀ। ਖੈਰ, ਹੁਣ ਉੱਥੇ ਜਦੋਂ ਸ਼ਬਦ ਆਇਆ ਨਿਸ਼ਾਨ, ਉਹਦੇ ਅਰਥ ਗੁਰਮੁਖਾਂ ਨੇ ਰਾਹਦਾਰੀ ਕੀਤੇ। ਮੈਂ ਅਰਜ਼ ਕੀਤੀ ਰਾਹਦਾਰੀ। ਰਾਹਦਾਰੀ ਆਪ ਸਭ ਸਮਝ ਦੇਖੋ ਕਿ ਪੁਰਾਤਨ ਸਮੇਂ ਕੋਈ ਵਸਤੂ ਖਰੀਦੀ ਜਾਂਦੀ ਸੀ ਤੇ ਉਸ ਦੀ ਰਾਹਦਾਰੀ ਬਣਾ ਦਿੰਦੇ ਸਨ ਪੇਪਰ ਦੇ ਉੱਤੇ। ਜਦੋਂ ਉਹ ਇਨਸਾਨ ਕਿਤੇ ਲੈ ਕੇ ਰਾਹਦਾਰੀ ਜਾਂਦਾ ਸੀ, ਸਮਾਨ ਲੈ ਕੇ ਜਾਂਦਾ ਸੀ, ਰਸਤੇ ਵਿੱਚ ਹਕੂਮਤ ਦੇ, ਕੋਈ ਵੀ ਹਕੂਮਤ ਹੋਵੇ, ਉਹਨੂੰ ਰੋਕ ਕੇ ਪੁੱਛਦੇ ਸਨ ਇਹ ਚੀਜ਼ ਕਿੱਥੋਂ ਲਿਆਇਆ, ਕਿੱਥੇ ਲੈ ਕੇ ਜਾਣੀ ਹੈ। ਉਹ ਬੰਦਾ ਆਪਣੀ ਜੇਬ ਚੋਂ ਕਾਗਜ਼ ਕੱਢ ਕੇ ਰਾਹਦਾਰੀ ਦਾ ਦਿਖਾ ਦਿੰਦਾ ਸੀ। ਜਿਹੜੇ ਇਨਸਾਨ ਕੋਲ ਸਮਾਨ ਵੀ ਸਹੀ ਹੋਵੇ, ਰਾਹਦਾਰੀ ਵੀ ਦਰੁਸਤ ਹੋਵੇ, ਲਿਖਤ ਠੀਕ ਹੋਵੇ, ਉਹਦਾ ਕੋਈ ਰਾਹ ਨਹੀਂ ਸੀ ਰੋਕਦਾ। ਪੁਰਾਤਨ ਗੁਰਮੁਖ ਵਿਦਵਾਨ ਕਹਿੰਦੇ ਸਨ ਕਿ ਜਪ ਨਿਸ਼ਾਨ ਦਾ ਮਤਲਬ ਹੀ ਇਹ ਹੈ ਕਿ ਜਿਵੇਂ ਸਮਾਨ ਦੀ ਰਾਹਦਾਰੀ ਹੋਵੇ, ਕੋਈ ਰਾਹ ਨਹੀਂ ਰੋਕਦਾ। ਜਿਸ ਕੋਲ ਗੁਰੂ ਨਾਨਕ ਸਾਹਿਬ ਦੇ ਜਪ ਜੀ ਦੀ ਰਾਹਦਾਰੀ ਹੋਵੇਗੀ, ਰੱਬ ਦੀ ਦਰਗਾਹ ਵਿੱਚ ਉਹਦਾ ਰਾਹ ਕਿਸੇ ਨਹੀਂ ਰੋਕਣਾ। ਮੇਰੇ ਕਹਿਣ ਤੋਂ ਮੁਰਾਦ ਇਸ ਬਾਣੀ 'ਚ ਇੰਨੀ ਬਖਸ਼ਿਸ਼ ਸਤਿਗੁਰਾਂ ਨੇ ਰੱਖੀ। ਕੱਲ ਫਿਰ ਅਸੀਂ ਜਿਹੜੀ ਵਿਚਾਰ ਸ਼ੁਰੂ ਕੀਤੀ ਸੀ, ਸਚਿਆਰ ਪਦ। ਪਹਿਲਾ ਸਵਾਲ ਇਹ ਵੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਸ ਲੜੀ ਨੂੰ ਫਿਰ ਆਪਾਂ ਅੱਗੇ ਤੋਰਨੇ ਕਿ ਸਚਿਆਰ ਪਦ ਵਾਸਤੇ ਪਹਿਲਾਂ ਲੋਕਾਂ ਨੇ ਯਤਨ ਨਹੀਂ ਕੀਤੇ, ਬਿਲਕੁਲ ਯਤਨ ਕੀਤੇ। ਸਤਿਗੁਰਾਂ ਨੇ ਉਹਨਾਂ ਕਰਮਾਂ ਦਾ, ਉਹਨਾਂ ਦਾ ਯਤਨਾਂ ਦਾ ਵੀ ਜ਼ਿਕਰ ਕੀਤਾ, ਪਰ ਨਾਲ ਇਹ ਵੀ ਕਹਿ ਦਿੱਤਾ ਇੰਨੇ ਯਤਨ ਕਰਨ ਦੇ ਬਾਵਜੂਦ ਜਿਸ ਮੰਜ਼ਿਲ ਤੱਕ ਉਹ ਪਹੁੰਚਣਾ ਸਾਂਝੇ ਸਨ, ਉਹ ਮੰਜ਼ਿਲ ਨਸੀਬ ਨਹੀਂ ਹੋਈ। ਆਪਾਂ ਥੋੜੇ ਜਿਹੇ ਅਰਥ ਫਿਰ ਉਹ ਰਿਪੀਟ ਕਰਨੇ ਆ ਅੱਜ, ਕਿਉਂਕਿ ਸ਼ਬਦ ਉਹ ਚੱਲ ਰਿਹਾ ਸੋਚੈ ਸੋਚ ਨਾ ਹੋਵਈ। ਕਿਉਂਕਿ ਆਪ ਪਾਠ ਕਰਨ ਵਾਲੇ ਗੁਰਸਿੱਖੋ, ਮੈਂ ਤਾਂ ਵਾਰ-ਵਾਰ ਸ਼ਬਦ ਕਹਿਣਾ ਕਿਉਂਕਿ ਉਚਾਰਨ ਵਿੱਚ ਕਹੀਏ ਵੀ ਇਹ ਬੰਦਾ ਬਿਲਕੁਲ ਸ਼ੁੱਧ ਉਚਾਰਨ ਕਰਦਾ ਹੈ। ਨਹੀਂ ਪਿਆਰਿਓ, ਜਿਵੇਂ ਸ਼ਬਦਾਂ ਦੇ ਅਰਥਾਂ ਦਾ ਥਾਂ ਕੋਈ ਨਹੀਂ,
ਇਸੇ ਤਰ੍ਹਾਂ ਹਜ਼ੂਰ ਦੀ ਬਾਣੀ ਦੇ ਉਚਾਰਨ ਦਾ ਵੀ ਕੋਈ ਥਾਂ ਨਹੀਂ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਬਿਲਕੁਲ ਸ਼ੁੱਧ ਕਰ ਰਿਹਾ। ਪਰ ਇੱਥੇ ਫਿਰ ਵੀ ਮੈਂ ਬੇਨਤੀ ਕਰਾਂਗਾ ਕਿ ਇਸ ਪੌੜੀ ਵਿੱਚ ਸਤਿਗੁਰਾਂ ਨੇ ਜਿਹੜਾ ਨੰਨਾ ਹੈ ਉਹਨੂੰ ਲਘੂ ਮਾਤਰਾ ਵਿੱਚ ਵਰਤੇ ਹੈ, ਉਹਨੂੰ ਦੀਰਘ ਵਿੱਚ ਨਹੀਂ ਵਰਤਿਆ। ਲਘੂ ਦਾ ਅਰਥ ਕਿ ਜਿਹਦੇ ਬੋਲਣ ਵਿੱਚ ਥੋੜਾ ਸਮਾਂ ਲੱਗੇ, ਤੇ ਦੀਰਘ ਦਾ ਅਰਥ ਹੈ ਉਸੇ ਸ਼ਬਦ ਨੂੰ ਬੋਲਣ ਵਿੱਚ ਜੇ ਦੁੱਗਣਾ ਟਾਈਮ ਲੱਗੇ। ਜਿਵੇਂ ਅਸੀਂ ਪਾਠ ਕੀਤਾ ਸੋਚੈ ਸੋਚ ਨਾ ਹੋਵਈ, ਤੇ ਜੇ ਅਸੀਂ ਨੰਨੇ ਨੂੰ ਕੰਨਾ ਲਾ ਦਿਆਂਗੇ ਤੇ ਇਹ ਉਚਾਰਨ ਦੀਰਘ ਹੋ ਜਾਏਗਾ। ਇਹ ਫਿਰ ਨਾ ਉਚਾਰਨ 'ਚ ਸਮਾਂ ਲੱਗੇਗਾ। ਪਰ ਸਤਿਗੁਰੂ ਨੇ ਸ਼ਬਦ ਵਰਤੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇਹਦੇ ਅਰਥ ਆਪਾਂ ਕੱਲ ਵਿਆਖਿਆ ਕੀਤੀ ਹੈ। ਅਰਥ ਹੈ ਸੋਚੈ ਸਿਰਫ ਸਰੀਰਕ ਸੁਚਮਤਾ ਦੇ ਨਾਲ, ਸੋਚ ਨਾ ਹੋਵਈ ਤੇਰੇ ਮਨ ਨੇ ਸ਼ੁੱਧ ਨਹੀਂ ਹੋਣਾ, ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰੀ ਵੀ ਤੂੰ ਸਰੀਰਕ ਇਸ਼ਨਾਨ ਕਰੀ ਜਾਏ, ਇਹਦੇ ਨਾਲ ਤੇਰੇ ਅੰਦਰ ਨੇ ਸੋਚਿਆ ਮਨ ਨੇ ਸਵੱਛ ਪਵਿੱਤਰ ਨਹੀਂ ਹੋਣਾ। ਕੱਲ ਆਪ ਸੰਗਤ ਨੂੰ ਮੈਂ ਦੋਨੋਂ ਪੱਖ ਬਾਣੀ ਵਿੱਚੋਂ ਅਰਜ਼ ਕੀਤੇ ਸਨ। ਇੱਕ ਪੱਖ ਸੀ ਬਾਹਰ ਮੁਖੀ ਕਰਮ ਕਾਂਡੀ ਇਸ਼ਨਾਨ, ਤੇ ਦੂਸਰਾ ਪੱਖ ਆਪ ਨੂੰ ਬੇਨਤੀ ਕੀਤੀ ਸੀ ਕਿ ਸੁਹਿਰਦਤਾ ਨਾਲ ਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੈ, ਕਿਉਂਕਿ ਗੁਰੂ ਜੀ ਨੇ ਬਾਣੀ 'ਚ ਲਿਖਿਆ ਗੁਰਮੁਖ ਨਾਮ ਦਾਨ ਇਸ਼ਨਾਨ। ਇਹ ਸ਼ਬਦ ਵਰਤੇ ਨੇ ਕਿ ਨਾਮ ਦਾਨ ਔਰ ਇਸ਼ਨਾਨ ਸ਼ਬਦ ਵਰਤਿਆ। ਇੱਥੇ ਸਤਿਗੁਰੂ ਬਾਹਰ ਮੁਖੀ ਕਹਿ ਰਹੇ ਨੇ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਦੂਸਰਾ ਬਚਨ ਹੈ ਚੁੱਪੈ। ਕਈ ਸੱਜਣ ਮੌਨ ਧਾਰਨ ਕਰ ਲੈਂਦੇ ਆ। ਹਜ਼ੂਰ ਕਹਿੰਦੇ ਨੇ ਜ਼ਬਾਨ ਚੁੱਪ ਕਰ ਜਾਏਗੀ, ਮੂੰਹ ਨਹੀਂ ਬੋਲੇਗਾ, ਪਰ ਮਨ ਤਾਂ ਚੁੱਪ ਦੇ ਵਿੱਚੋਂ ਵੀ ਗੱਲਾਂ ਕਰੀ ਜਾਂਦਾ ਹੈ। ਚੁੱਪੈ ਚੁੱਪ ਨਾ ਹੋਵਈ, ਚੁੱਪ ਨਾ ਹੋਵੀ ਦਾ ਅਰਥ ਤੇਰਾ ਮਨ ਦਾ ਫੁਰਨਾ ਸ਼ਾਂਤ ਨਹੀਂ ਹੋਣਾ। ਮਨ ਨੇ ਚੁੱਪ ਨਹੀਂ ਕਰਨਾ, ਇਹਨੇ ਬੋਲੀ ਜਾਣਾ ਹੈ। ਅੱਗੇ ਜਿਹਦੀ ਵਿਆਖਿਆ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਇੱਕ ਤਾਰ ਤੂੰ ਸਮਾਧੀ ਲਾ ਕੇ ਬਹਿ ਜਾਏ ਤੇ ਇਹ ਤੇਰੇ ਮਨ ਦੀ ਚੁੱਪ ਖਾਮੋਸ਼ੀ ਨਹੀਂ ਹੋਣੀ। ਤੀਸਰਾ ਬਚਨ ਕਿ ਭੁੱਖਿਆ ਭੁੱਖ ਨਾ ਉਤਰੀ, ਕਿ ਜੇ ਤੂੰ ਵਰਤ ਰੱਖ ਲਵੇਂ ਤੇ ਇਹ ਤ੍ਰਿਸ਼ਨਾ ਅਧੀਨ ਮੈਨੂੰ ਇੰਨੇ ਪਦਾਰਥ ਮਿਲ ਜਾਣ, ਤੇਰੇ ਅੰਦਰ ਦੀ ਭੁੱਖ ਸਭ ਕੁਝ ਪ੍ਰਾਪਤ ਕਰਕੇ ਵੀ ਨਹੀਂ ਉਤਰਨੀ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਜੇ ਸਾਰੀਆਂ ਪੁਰੀਆਂ ਦਾ ਖੰਡਾਂ ਬ੍ਰਹਿਮੰਡਾਂ ਦੇ ਪਦਾਰਥ ਤੂੰ ਇਕੱਠੇ ਕਰ ਲੈ, ਤੇਰਾ ਅੰਦਰ ਫਿਰ ਵੀ ਨਹੀਂ ਤ੍ਰਿਪਤ ਹੋਣਾ। ਅੱਗੇ ਫਿਰ ਸਤਿਗੁਰੂ ਬਚਨ ਕਰਦੇ ਨੇ ਸਾਹਸ ਸਿਆਣਪਾਂ ਲੱਖ ਹੋ ਹੈ। ਹਜ਼ਾਰਾਂ ਲੱਖਾਂ ਸਿਆਣਪਾਂ ਹੋਣ ਤਾਂ ਇੱਕ ਵੀ ਸਿਆਣਪ ਨੇ, ਚਲਾਕੀ ਨੇ, ਚਤੁਰਾਈ ਨੇ, ਅੱਗੇ ਰੱਬ ਦੇ ਘਰ 'ਚ ਤੇਰਾ ਸਾਥ ਨਹੀਂ ਦੇਗਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਨੇ ਵੀ ਨਹੀਂ ਜਾਣਾ। ਫਿਰ ਮੈਂ ਕੱਲ ਅਰਜ਼ ਕੀਤੀ ਸੀ 4 ਬਚਨ ਕਰਕੇ ਕਿ ਤਨ ਦੀ ਸੁਚਮਤਾ ਮਨ ਦੀ ਸੁਚਮਤਾ ਨਹੀਂ ਹੋਣੀ, ਜ਼ਬਾਨ ਦੀ ਚੁੱਪ ਮਨ ਦੀ ਚੁੱਪ ਨਹੀਂ ਹੋਣੀ, ਬਾਹਰ ਦੀ ਭੁੱਖ ਨਾਲ ਮਨ ਦੀ ਭੁੱਖ ਨਹੀਂ ਮਰਨੀ, ਜਿੰਨਾ ਮਰਜੀ ਇਕੱਠਾ ਹੋ ਜਾਏ। ਹਜ਼ਾਰਾਂ ਚਤੁਰਾਈਆਂ ਸਿਆਣਪਾਂ ਚਲਾਕੀਆਂ ਸਿੱਖ ਲੈ, ਇੱਕ ਵੀ ਚਲਾਕੀ ਸਿਆਣਪ ਚਤੁਰਾਈ ਨਹੀਂ ਜਾਣੀ। ਫਿਰ ਪ੍ਰਸ਼ਨ ਮਹਾਰਾਜ ਜੀ ਨੇ ਆਪ ਕੀਤਾ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਕਿਵੇਂ ਅੰਦਰ ਸੁਚਮਤਾ ਹੋਵੇ, ਕਿਵੇਂ ਪਾਲ ਦਾ ਅਰਥ ਹੈ ਕੰਧ, ਪਰਦਾ ਵੀ ਕਰਦੇ ਆ। ਕੂੜ ਦਾ ਅਰਥ ਹੈ ਝੂਠ। ਜਿਹੜੀ ਜੀਵ ਆਤਮਾ ਤੇ ਪ੍ਰਭੂ ਦੇ ਦਰਮਿਆਨ ਝੂਠ ਦਾ ਪਰਦਾ ਹੈ, ਇਹ ਪਾਲ ਕਿਵੇਂ ਟੁੱਟੇ, ਇਹ ਕੰਧ ਕਿਵੇਂ ਟੁੱਟੇ। ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਫਿਰ ਆਪੇ ਉੱਤਰ ਦਿੱਤੋ ਨੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਦੇ ਹੁਕਮ ਸਾਹਮਣੇ ਝੁਕ ਕੇ ਉਹਦੀ ਰਜ਼ਾ ਵੀ ਚੱਲ ਕੇ, ਤੇ ਜਿਹੜਾ ਉਹਨੇ ਦੈਵੀ ਹੁਕਮ ਤੇਰੇ ਮੱਥੇ ਤੇ ਜਨਮ ਵੇਲੇ ਲਿਖ ਦਿੱਤਾ ਹੈ, ਉਸ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰੀ ਜਾਏ ਤੇ ਸੱਚ ਇਹ ਵੇ ਤੇਰੀ ਕੂੜ ਦੀ ਪਾਲ ਟੁੱਟ ਜਾਏਗੀ। ਅਸੀਂ ਸਵੇਰੇ ਕੱਲ ਇਹ ਅਰਥ ਕੀਤੇ। ਹੁਣ ਅਗਲੇ ਹੈ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਕੱਲ 2 ਪੱਖ ਰੱਖੇ ਸਨ। ਅੱਜ ਮਨ 'ਚ ਇਹ ਵੀ ਆਇਆ ਕਿ ਜਿਹੜੀ ਮੈਲ ਹੈ ਅੰਦਰ, ਆਖਰ ਆਪ ਬਾਣੀ ਪੜਨ ਵਾਲੇ ਉਹ ਫਿਰ ਜਾਏ ਕਿਵੇਂ।
ਭਾਵੇਂ ਖਾਲੀ ਤੇ ਸਬਜੈਕਟ ਨਹੀਂ, ਪਰ ਫਿਰ ਵੀ ਬੇਨਤੀ ਕਰਾਂਗਾ ਕਿ ਮੈਲ ਕਈ ਰੂਪਾਂ 'ਚ ਹੈ। ਸਥੂਲ ਵੀ ਹੈ, ਸੂਖਸ਼ਮ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅਨੁਸਾਰ ਅੰਦਰ ਆਪਣੇ ਖਿਆਲਾਂ ਵਿੱਚੋਂ ਉਪਜੀ ਕੋਈ ਮੈਲ ਜਿਹੜੀ ਹੈ, ਉਹਨੂੰ ਧੋਣ ਦੇ ਤਰੀਕੇ ਕੀ ਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਵਿੱਚ 3-4 ਤਰੀਕੇ ਵਿਧੀਆਂ ਦਸੀਆਂ ਨੇ ਅੰਦਰ ਦੀ ਮੈਲ ਕਿਵੇਂ ਧੋਪੇ। ਸਭ ਤੋਂ ਪਹਿਲਾ ਤਰੀਕਾ ਹੈ ਕਿ ਅੰਦਰ ਦੀ ਮੈਲ ਨੂੰ ਸੱਚਮੁੱਚ ਪਵਿੱਤਰ ਜੀਵਨ ਵਾਲਿਆਂ ਦੇ ਸੰਗਤ ਹੀ ਧੋ ਸਕਦੀ ਹੈ। ਪਹਿਲਾ ਤਰੀਕਾ ਕਿ ਜੇ ਬੰਦਾ ਆਪ ਕੋਈ ਜਾਪ, ਕੋਈ ਤਪ, ਕੋਈ ਬੰਦਗੀ, ਸੇਵਾ ਨਹੀਂ ਕਰ ਰਿਹਾ, ਤੇ ਜਿਹੜੇ ਆਪਣੇ ਤੋਂ ਉੱਤਮ ਪਵਿੱਤਰ ਜੀਵਨ ਵਾਲੇ ਮੈਂ ਸ਼ਬਦ ਵਰਤ ਰਿਹਾ, ਅਧਿਆਤਮਿਕ ਮਾਰਗ ਉੱਤੇ ਚੱਲੇ ਹੋਏ ਆ ਗੁਰਮਖੋ, ਉਹਨਾਂ ਦੀ ਸੰਗਤ ਵੀ ਸਾਡੇ ਅੰਦਰ ਦੀ ਮੈਲ ਧੋ ਦਿੰਦੀ ਹੈ। ਤੇ ਉਸ ਸੰਗਤ ਵਿੱਚ ਇੰਨੀ ਕੁ ਤਾਕਤ ਹੈ ਕਿ ਕਰੋੜਾਂ ਜਨਮਾਂ ਦੀ ਮੈਲ ਇੱਕ ਖਿੰਨ ਵਿੱਚ ਵੀ ਧੋਣ ਦੀ ਸਮਰੱਥਾ ਰੱਖਦੀ ਹੈ। ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਹਾਂ ਬਿਲਾਵਲ ਰਾਗ ਦਾ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧੁਲੇ ਤੇਰੇ ਭਵਨ ਸੋਝਿਆ ਗੁਰ ਭੇਟ ਪੁਨੀਤਾ। ਪਿੰਗਲਾ ਪਹਾੜ ਤੇ ਚੜ ਗਿਆ, ਅੰਨੇ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ, ਗੁਰੂ ਦੀ ਮੁਲਾਕਾਤ ਪਵਿੱਤਰਤਾ ਦੇਗੀ, ਗੁਰ ਭੇਟ ਪੁਨੀਤਾ। ਅੱਗੇ ਮਹਾਰਾਜ ਕਹਿੰਦੇ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਇੱਥੇ ਮੈਲ ਤੋਂ ਪਰੀ ਅਸੀਂ ਦੋਨੋਂ ਪੱਖ ਲਈ ਜਾਾਂਗੇ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਅੱਗੇ ਮਹਾਰਾਜ ਕਹਿੰਦੇ ਆ, ਮੈਲ ਖੋਈ ਬਾਹਰ ਮੁਖੀ ਨਹੀਂ, ਸਤ ਸੰਗਤ ਵੀ ਇੱਕ ਸਰੋਵਰ ਹੈ। ਸੱਚ ਇਹ ਵੇ ਸਤ ਸੰਗਤ ਅੰਦਰ ਦੀ ਮੈਲ ਧੋਵੇਗੀ। ਮਹਾਰਾਜ ਕਹਿੰਦੇ ਨੇ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਕਰੋੜਾਂ ਕੀਤੇ ਕੋਈ ਪਾਪ ਗੁਨਾਹ ਉਹ ਦੂਰ ਹੋ ਗਏ। ਮਹਾਰਾਜ ਕਹਿੰਦੇ ਨਿਰਮਲ ਭੈ ਚੀਤਾ, ਹੁਣ ਸੋਚ ਹੋ ਗਈ। ਫਿਰ ਬੇਨਤੀ, ਨਿਰਮਲ ਭੈ ਚੀਤਾ, ਸਾਧੂ ਸੰਗਤ, ਗੁਰਮੁਖ ਦੀ ਸੰਗਤ। ਇਸੇ ਕਰਕੇ ਗੁਰਬਾਣੀ ਵਿੱਚ ਇਹ ਜਿੱਥੇ ਨਾਮ ਮੰਗਿਆ, ਸਿਮਰਨ ਮੰਗਿਆ, ਪਿਆਰ ਮੰਗਿਆ, ਉੱਥੇ ਗੁਰੂ ਜੀ ਨੇ ਇਹ ਵੀ ਮੰਗਿਆ, ਦਾਤਾ ਕਿ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ ਮਿੱਤਰ ਸਾਡੜੇ ਸੀ। ਆਹ ਹੈ ਸੋਚ ਅੰਦਰੋਂ ਅੰਜ ਪਵਿੱਤਰ ਆ ਗਈ। ਜਿਨ੍ਹਾਂ ਨੂੰ ਦਰਸ਼ਨ ਕੀਤੇ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਈ, ਹਉ ਟੁੰਡੇ ਦੀ ਜਗ ਸੁਭਾਇਆ ਜਨ ਨਾਨਕ ਵਿਰਲੇ। ਕਈ ਇਹ ਕਹਿੰਦੇ ਨੇ ਇਹ ਜ਼ਿਆਦਾ ਨਹੀਂ ਹੁੰਦੇ, ਕਹਿੰਦੇ ਜਗ ਸੁਭਾਇਆ ਕਿ ਹੈ, ਹਉ ਟੁੰਡੇ ਦੀ ਜਗ ਸੁਭਾਇਆ। ਹਜ਼ੂਰ ਕਹਿੰਦੇ ਨੇ ਮੈਂ ਸਾਰੇ ਜਗ ਨੂੰ ਸੁਭਾਇਆ ਦਰ, ਤੇ ਸਾਰਾ ਜਗ ਚੰਗੀ ਤਰ੍ਹਾਂ ਢੂੰਡਿਆ। ਪਰ ਪਿਆਰਿਓ, ਇਹੋ ਜਿਹੇ ਜਿਹੜੇ ਦੁਰਮਤ ਨਾਸ਼ਕ ਗੁਰਮੁਖ ਨੇ, ਜਿਹੜੇ ਦੁਰਮਤ ਦਾ ਖੰਡਨ ਕਰਦੇ ਆ, ਪ੍ਰਹਾਰ ਕਰਦੇ ਆ ਦੁਰਮਤ ਤੇ, ਇਹ ਸਾਰੇ ਜਗਤ ਵਿੱਚ ਵਿਰਲੇ ਵਿਰਲੇ ਕਿਤੇ ਮਿਲਦੇ ਆ। ਫਿਰ ਇਸ ਪਾਠ ਨੂੰ ਕਰ ਲਈਏ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਹਉ ਟੁੰਡੇਂਦੀ ਜਗ ਸੁਭਾਇਆ ਜਨ ਨਾਨਕ ਵਿਰਲੇ ਕਈ। ਇਹਦੇ ਨਾਲ ਅੰਦਰ ਦੀ ਸੁਚਮਤਾ ਹੈ, ਕਿਉਂਕਿ ਉਸ ਦੇ ਕਈ ਕਾਰਨ ਨੇ। ਪਿਆਰਿਓ, ਜਿਹੜੇ ਸੱਜਣ ਨਾਮ ਜਪਦੇ ਆ, ਇਹ ਪਰਮੇਸ਼ਵਰ ਦੀ ਦਇਆ ਹੈ ਜੀ। ਧੱਕੇ ਨਾਲ, ਜ਼ੋਰ ਨਾਲ ਕਿਤੇ ਨਾਮ ਜਪਿਆ ਤੇ ਜਪਾਇਆ ਜਾ ਸਕਦਾ। ਆਪ ਜਪਜੀ ਸਾਹਿਬ ਚ ਪੜ੍ਹਦੇ ਹੋ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ। ਮਹਾਰਾਜ ਕਹਿੰਦੇ ਨੇ, ਜਿਸ ਦੇ ਅੰਦਰ ਤਾਕਤ ਤੇ ਰੱਬ ਦਾ ਜ਼ੋਰ ਚੱਲਦਾ, ਉਹਦੀ ਬਖਸ਼ਿਸ਼ ਚੱਲਦੀ। ਜ਼ੋਰ ਨਾਲ ਸੁਰਤ ਨਹੀਂ ਟਿਕਦੀ, ਜ਼ੋਰ ਨਾਲ ਅੰਦਰ ਨਾਮ ਦਾ ਰਸ ਨਹੀਂ ਹੁੰਦਾ। ਪਰ ਜਿਸ ਉੱਪਰੋਂ ਦੀ ਬਖਸ਼ਿਸ਼ ਹੋ ਜਾਏ, ਜਿੱਥੇ ਗੁਰਮੁਖ ਪਿਆਰਾ ਬੈਠਾ ਹੋਵੇ, ਵਾਹਿਗੁਰੂ ਜੀ ਇਸ ਨੂੰ ਬਿਲਕੁਲ ਦੇਹ ਨਾਲ ਜੋੜ ਕੇ ਨਾ ਅਰਥ ਕੇਵਲ ਕਰਿਓ। ਇਬਾਦਤ ਵਾਲਾ, ਬੰਦਗੀ ਵਾਲਾ ਕੁਛ ਵੀ ਨਾ ਬੋਲੇ, ਸੱਚ ਹੈ। ਜੇ ਕੀ ਜੀ ਉਹ ਬਹੁਤ ਪ੍ਰਚਾਰ ਕਰੇ, ਜ਼ਬਾਨ ਤੋਂ ਬਹੁਤ ਬੋਲੇ, ਉਹ ਕੁਛ ਵੀ ਨਾ ਬੋਲੇ, ਸੱਚ ਐਵੇਂ ਉਹਦੇ ਅੰਦਰ ਦੇ ਸ਼ਬਦ ਦੀ ਕਮਾਈ ਉਸ ਖਾਮੋਸ਼ੀ ਵਿੱਚ ਵੀ ਸਤ ਸੰਗਤ ਬਣਾ ਦਿੰਦੀ ਹੈ। ਇੱਕੋ ਦਾ ਮਨ ਟਿਕਣ ਲੱਗ ਪੈਂਦਾ। ਫਿਰ ਅਰਜ਼ ਕੀ ਉਸ ਖਾਮੋਸ਼ੀ ਹੈ। ਮੈਂ ਕਹਿੰਦਾ ਗੁਲਾਬ ਦਾ ਫੁੱਲ ਸੱਚੀ ਇਹ ਕਦੀ ਰੌਲਾ ਪਾਉਂਦਾ? ਉੱਥੇ ਆਪਾਂ ਦੇਖਨੇ ਆ ਭਾਰਤ ਵਿੱਚ, ਜਾਂ ਜਦੋਂ ਗੁਲਾਬ ਦਾ ਫੁੱਲ ਖਿੜਿਆ ਹੋਵੇ, ਉਹਦੀ ਤਾਂ ਜ਼ਬਾਨ ਹੀ ਚੁੱਪ ਹੈ, ਉਹ ਕਦੀ ਨਹੀਂ ਬੋਲਦਾ। ਉਹਦਾ ਖਿੜਿਆ ਹੋਇਆ ਆਪਾ ਲੰਘਦਿਆਂ ਹੋਇਆਂ ਨੂੰ ਬਿਨਾਂ ਬੋਲਿਆਂ ਆਪਣੇ ਵੱਲ ਖਿੱਚੀ ਜਾਂਦਾ ਹੈ। ਜਿਹਦੇ ਅੰਦਰ ਖਿਰਦਾ ਕੌਲ ਖਿੜ ਜਾਵੇ, ਗੁਰਮੁਖੋ ਉਹਦੇ ਜੀਵਨ ਦੀ ਸੁਗੰਧੀ ਹੀ ਲੰਘਦਿਆਂ ਹੋਇਆਂ ਲੋਕਾਂ ਨੂੰ ਖਿੱਚ ਲੈਂਦੀ ਹੈ।
ਪਰ ਸਾਰੀ ਦੁਨੀਆ ਉਹਦੀ ਗਾਹਕ ਨਹੀਂ ਹੁੰਦੀ। ਗਾਹਕ ਟਾਵਾਂ ਟਾਵਾਂ ਹੁੰਦਾ ਹੈ ਨਾ, ਸਾਰੀ ਦੁਨੀਆ ਉਹਦੀ ਗ੍ਰਾਹਕ ਨਹੀਂ। ਇੱਥੇ ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਉਹਦਾ ਆਪਾ ਜਿਹੜਾ ਉਹਦੇ ਅੰਦਰ ਸਿਮਰਨ ਦੀ ਬਖਸ਼ਿਸ਼ ਹੈ, ਬੰਦਾ ਕੁਝ ਵੀ ਨਾ ਕਰੇ, ਉਹਦੇ ਕੋਲ ਬੈਠਿਆਂ ਫੁਰਨੇ ਇੱਕੋਦਮ ਬਦਲਨੇ ਸ਼ੁਰੂ ਹੋ ਜਾਂਦੇ ਆ, ਖਿਆਲ ਬਦਲਣ ਲੱਗ ਪੈਂਦੇ ਆ। ਤੇ ਖਿਆਲ ਬਦਲਦਿਆਂ ਕਈ ਜਨਮ ਵੀ ਲੱਗ ਸਕਦੇ ਆ, ਤੇ ਖਿਆਲ ਬਦਲਦਿਆਂ ਅੱਖ ਝਮਕਣ ਜਿਤਨਾ ਸਮਾਂ ਵੀ ਲੱਗਦਾ ਹੈ। ਥੋੜਾ ਜਿਹਾ ਇਸ ਨੂੰ ਇਤਿਹਾਸ ਚੋਂ ਲੈ ਲਈਏ, ਕਿਉਂਕਿ ਗੱਲ ਕੋਈ ਇਹ ਨਾ ਹੋਵੇ ਜਿਹੜੀ ਆਪਾਂ ਨੂੰ, ਮੈਂ ਆਪਣੀ ਗੱਲ ਕਰ ਰਿਹਾ, ਸਮਝ ਨਾ ਪੈ ਸਕੇ ਮਨ ਨੂੰ। ਭਾਈ ਸਾਹਿਬ ਦਾ ਜ਼ਿਕਰ ਕਰ ਰਿਹਾ, ਕੱਲ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜ਼ਿਕਰ ਕੀਤਾ। ਅੱਜ ਗੁਰਮੁਖ ਪਿਆਰੇ ਦੱਸ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਾ ਦਿਹਾੜਾ। ਉਸ ਤੋਂ ਇਲਾਵਾ ਅੰਮ੍ਰਿਤ ਸੰਚਾਰਕ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ, ਸ਼ਹਾਦਤ ਮਹਾਰਾਜਾ ਰਣਜੀਤ ਸਿੰਘ ਜੀ ਦੀ ਚਲਾਣਾ ਦਿਵਸ ਨਿਕਲਿਆ। ਐਤਵਾਰ ਨੂੰ ਅਰਜ਼ ਕਰਾਂਗਾ 24 ਤਰੀਕ ਨੂੰ ਅੰਮ੍ਰਿਤ ਸੰਚਾਰਕ ਹੈ। ਅੰਮ੍ਰਿਤ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ, ਉਹਦੀ ਕਿਰਪਾ ਹੈ। ਚੰਗੇ ਹਾਂ ਮੰਦੇ ਹਾਂ, ਉਸ ਨੂੰ ਆਪਣਾ ਹੱਥ ਪਕੜਾਣਾ ਹੈ। ਮੈਂ ਫਿਰ ਇੱਕ ਵਾਰੀ ਕਿਹਾ ਸੀ, ਕਹਿ ਦਿੰਦੇ ਆ ਭਾਵੇਂ ਕਿ ਅਸੀਂ ਉਹਦੀ ਉਂਗਲੀ ਪਕੜਨੀ ਹੈ, ਤੇ ਮੈਂ ਫਿਰ ਕਹਿੰਦਾ ਸੱਚੇ ਪਾਤਸ਼ਾਹ ਸਾਡੇ ਹੱਥਾਂ ਦੀ ਪਕੜ ਬੜੀ ਕਮਜ਼ੋਰ ਹੈ। ਮੰਨ ਲਓ ਇੱਕ ਬੱਚੇ ਨੇ ਬਜ਼ੁਰਗ ਦੀ ਉਂਗਲੀ ਪਕੜੀ, ਉਹਦੇ ਹੱਥ ਕਮਜ਼ੋਰ ਨੇ, ਇੰਨੀ ਪਕੜ ਨਹੀਂ। ਕਈ ਵਾਰੀ ਭੀੜ ਦਾ ਧੱਕਾ ਵੱਜੇ ਤੇ ਬੱਚੇ ਦੀ ਪਕੜ ਖੁੱਲ ਜਾਂਦੀ ਹੈ, ਪਰ ਜੇ ਬਜ਼ੁਰਗ ਘੁੱਟ ਕੇ ਬੱਚੇ ਦੀ ਬਾਹ ਪਕੜ ਲੈ, ਜਿੰਨੇ ਮਰਜ਼ੀ ਧੱਕੇ ਵੱਜੀ ਜਾਣ, ਉਹ ਬਾਹ ਛੱਡਦਾ ਨਹੀਂ ਹੁੰਦਾ। ਇਸੇ ਕਰਕੇ ਗੁਰਬਾਣੀ ਵਿੱਚ ਕਿਹਾ ਤੂੰ ਸਾਡੀ ਬਾਹ ਪਕੜ ਲੈ। ਬਾਪ ਬੀਠਲਾ ਬਾਹ ਦੇ, ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਬਾਹ ਪਕੜ ਠਾਕੁਰ ਹੋ ਕਿੱਦੀ, ਬੜੇ ਸ਼ਬਦ ਨੇ ਬਾਣੀ ਚ ਕਿ ਬਾਹ ਪਕੜ ਲਈ। ਮੈਂ ਕਹਿੰਦਾ ਏਡਾ ਪਿਆਰਾ ਸ਼ਬਦ, ਬਾਹ ਪਕੜਨ ਵਿੱਚ ਸਾਡੀ ਕੋਈ ਤਾਕਤ ਨਹੀਂ। ਜਿੰਨੀ ਮਰਜ਼ੀ ਭੀੜ ਆ ਜਾਏ, ਗੁਰੂ ਨਾਨਕ ਦੀ ਬਾਹ ਵਿੱਚ, ਹੱਥ ਵਿੱਚ, ਗੁਰੂ ਗੋਬਿੰਦ ਸਿੰਘ ਦੀ ਹੱਥ ਵਿੱਚ ਇੰਨੀ ਪਕੜ ਹੈ, ਦੁਨੀਆ ਦਾ ਕੋਈ ਵਿਕਾਰ ਉਹਦੀ ਪਕੜੀ ਹੋਈ ਬਾਹ ਨੂੰ ਛਡਾ ਨਹੀਂ ਦੇ ਸਕਦਾ। ਅਰਜ਼ ਹੈ ਕਿ ਸਤਿਗੁਰੂ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੈਂ ਪਿਛਲੇ ਦਿਨ ਕਿਹਾ ਉਹਨਾਂ ਦੇ ਸਮੇਂ ਬਹੁਤ ਪਿਆਰੇ ਸਿੱਖਾਂ ਨੇ ਚਲਾਣਾ ਕੀਤਾ। ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਸਾਹਮਣੇ ਗਏ, ਧੰਨ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਹੋਈ, ਭਾਈ ਬਿਧੀ ਚੰਦ ਜੀ ਦਾ ਚਲਾਣਾ ਹੋਇਆ, ਭਾਈ ਗੁਰਦਾਸ ਸਾਹਿਬ ਜੀ ਦਾ ਚਲਾਣਾ ਹੋਇਆ। ਇੱਕ ਸਿੱਖ ਦਾ ਜ਼ਿਕਰ ਮੈਂ ਅਕਸਰ ਕਰਨਾ ਹੁੰਨਾ, ਕਿ ਫਿਰ ਮੈਂ ਅੱਜ ਬੇਨਤੀ ਕਰਾਂਗਾ, ਮੈਂ ਲਫ਼ਜ਼ ਦੌਰਾਨ ਲੱਗਾ, ਇੱਕ ਖਿੰਨ 20 ਕਰੋੜਾਂ ਜਨਮਾਂ ਦੀ ਮੈਲ ਧੋ ਸਕਦਾ ਹੈ, ਤੇ ਇੱਕ ਖਿਣ ਆਉਣ ਵਾਸਤੇ ਵੀ ਕਰੋੜਾਂ ਜਨਮ ਲੱਗ ਸਕਦੇ ਆ। ਇਹ ਮਿੱਥ ਨਹੀਂ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ, ਕੀ ਉਹਨਾਂ ਨੂੰ ਇਹ ਗਿਆਤ ਹੈ ਕਿ ਸਵੇਰ ਤੱਕ ਮੇਰਾ ਜੀਵਨ ਬਦਲਣ ਵਾਲਾ ਹੈ? ਕੀ ਗਿਆਤ ਹੈ ਕਿ ਸਵੇਰ ਤੱਕ ਬਹੁਤ ਵੱਡੀ ਤਬਦੀਲੀ ਆਉਣ ਵਾਲੀ ਹੈ? ਰਾਤ ਤਾਂ ਉਸ ਰਾਤ ਵੀ ਤਾਂ ਮੱਝਾਂ ਕੱਢੀਆਂ ਨੇ ਨਾ। ਮਾਝੇ ਚ ਰਹਿਣ ਵਾਲੇ ਸੱਜਣਾਂ ਨੂੰ ਪਤਾ ਹੈ, ਬਾਬਾ ਅਦਲੀ ਜੀ ਦਾ ਦਰਬਾਰ ਚੋਲਾ ਸਾਹਿਬ, ਉਸ ਰਾਤ ਵੀ ਉਹ ਮੱਝਾਂ ਕੱਢ ਕੇ ਲਗਾਇਆ, ਮੱਝਾਂ ਢਾਹ ਵਿੱਚ ਵਾੜ ਦਿੱਤੀਆਂ। ਆਪ ਬਾਬਾ ਅਦਲੀ ਜੀ, ਭਾਈ ਅਦਲੀ ਸਾਹਿਬ ਜੀ, ਉਹਨਾਂ ਦੀ ਝੌਂਪੜੀ ਚਲੇ ਗਏ। ਪਿੱਛੇ ਲੋਕ ਖੁਰਾ ਨੱਪਦੇ ਹੋਏ ਮੱਝਾਂ ਦਾ, ਜਿਨ੍ਹਾਂ ਬਜ਼ੁਰਗਾਂ ਨੇ ਪਿੰਡਾਂ 'ਚ ਡੰਗਰ ਰੱਖੇ, ਉਹਨੂੰ ਪਤਾ ਜਦੋਂ ਡੰਗਰ ਗਵਾਚ ਜਾਂਦਾ ਸੀ, ਤੇ ਖੁਰਾ ਦਾ ਅਰਥ ਆਪਾਂ ਸਮਝਦੇ ਹਾਂ ਨਾ ਜੀ, ਜਿੱਥੇ ਜਿੱਥੇ ਉਹਦੇ ਖੁਰ ਲੱਗਦੇ ਸਨ, ਪੈਰ ਲੱਗਦੇ ਸਨ, ਤੇ ਬਜ਼ੁਰਗ ਉਹਦੇ ਖੁਰ ਤੋਂ ਹੀ ਪਛਾਣਦੇ ਉੱਥੋਂ ਤੱਕ ਪਹੁੰਚ ਜਾਂਦੇ ਸਨ ਜਿੱਥੇ ਪਸ਼ੂ ਪਹੁੰਚਿਆ ਹੋਇਆ। ਅਸੀਂ ਆਪਣੇ ਬਚਪਨ 'ਚ ਦੇਖਿਆ ਜੀ। ਹੁਣ ਉਹ ਪਰਿਵਾਰ ਜਿਹੜੇ ਲੋਕ ਸਨ, ਉਹ ਮੱਝਾਂ ਦੇ ਪਿੱਛੇ ਪਿੱਛੇ ਆ ਗਏ। ਭਾਈ ਬਿਧੀ ਚੰਦ ਜੀ ਉਸ ਝੌਂਪੜੀ 'ਚ ਚਲੇ ਗਏ। ਇੱਕ ਵੇਲਾ ਪੂਰਨ ਖੜਾਓ ਦਾ, ਅੰਮ੍ਰਿਤ ਦਾ ਵੇਲਾ। ਦੂਜਾ ਬੰਦਗੀ ਕਰਨ ਵਾਲਾ ਗੁਰੂ ਰਾਮਦਾਸ ਦਾ ਸਿੱਖ। ਬਾਬਾ ਅਦਲੀ ਜੀ ਗੁਰੂ ਰਾਮਦਾਸ ਦੇ ਵੇਲੇ ਦੇ ਸਿੱਖ ਨੇ। ਭਿੱਜਿਆ ਹੋਇਆ ਅੰਦਰ, ਇਉਂ ਕਹਿ ਲੋ, ਚੌਥਾ ਪੈਰ ਸਭਾ ਕੈ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਇਹਦਾ ਪਾਠ ਆਪਾਂ ਵੱਖਰਾ ਵੱਖਰਾ ਕੀਤਾ, ਮਨ ਤੇ ਮੁਖ ਇਕੱਠਾ ਨਹੀਂ ਕੀਤਾ, ਮਨਮੁਖ, ਕਿਉਂਕਿ ਇੱਕ ਮਨਮੁਖ ਦਾ ਲਫ਼ਜ਼ੀ ਅਰਥ ਹੈ ਮਨ ਨੂੰ ਮੁੱਖ ਰੱਖਣ ਵਾਲਾ। ਪਰ ਇੱਥੇ ਜਿਹੜਾ ਸ਼ਬਦ ਕਹੇ ਮਨ ਮੁਖ,
ਇੱਥੇ ਮਨ ਦੇ ਨੰਨੇ ਨੂੰ ਸਿਆਰੀ, ਮੁਖ ਦੇ ਖੱਕੇ ਨੂੰ ਸਿਆਰੀ, ਮਨ ਵਿੱਚ ਮੁਖ ਵਿੱਚ ਉਹਨਾਂ ਦੇ ਅੰਮ੍ਰਿਤ ਵੇਲੇ ਵਾਹਿਗੁਰੂ ਜੀ ਦਾ ਨਾਮ ਹੁੰਦਾ ਹੈ। ਫਿਰ ਇਸ ਬੇਨਤੀ ਨੇ ਚੌਥਾ ਪੈਰ ਸਭਾ ਕਹਿ, ਚੌਥਾ ਪੈਰ ਅੰਮ੍ਰਿਤ ਵੇਲਾ ਜਿਹਨੂੰ ਅਸੀਂ ਕਹਿੰਦੇ ਹਾਂ। ਇੱਕ ਪੈਰ 3 ਘੰਟਿਆਂ ਦਾ ਹੁੰਦਾ ਹੈ, ਪਰ ਸੁਆਵੇ ਗਏ ਬਚਨ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਚੌਥਾ ਪੈਰ ਹੈ, ਚੌਥਾ ਪੈਰ ਸਭਾ ਕਹਿ ਸੁਰਤਿਆਂ ਉਪਜੈ ਚਾਓ। ਸੁਰਤੀ ਵਾਲਿਆਂ ਦੇ ਅੰਦਰ ਸੱਚੀ ਇਹ ਵਿੱਚ ਚਾਓ ਹੁੰਦਾ, ਖੇੜਾ ਹੁੰਦਾ, ਤੇ ਉਂਝੇ ਖੇੜਾ ਵੀ ਸਤਿਗੁਰੂ ਬਖਸ਼ਦੇ ਆ। ਮੈਂ ਇਸੇ ਸਥਾਨ ਤੇ ਇੱਕ ਵਾਰ ਬੇਨਤੀ ਕੀਤੀ ਸੀ, ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾ ਜਿਹੜਾ ਸਰਲੇਖ ਹੁੰਦਾ ਨਾ ਸ਼ਬਦ, ਉਂਝ ਤੇ ਅਸੀਂ ਸਾਰੇ ਕਹਿੰਦੇ ਆ ਜੀ ਇੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਹੈਡਿੰਗ ਥੋੜਾ ਹੁੰਦੇ ਨੇ ਕਿਤੇ। ਹੈਡਿੰਗ ਤਾਂ ਸਰਲੇਖ ਤਾਂ ਰਾਗ ਦਾ ਹੁੰਦਾ ਹੈ। ਪਹਿਲੀ ਵਾਰੀ ਜਦੋਂ ਸ਼ਬਦ ਹੈਡਿੰਗ ਆਇਆ ਹੈ, ਸਰਲੇਖ ਦੇ ਰੂਪ 'ਚ ਸ਼ਬਦ ਆਇਆ ਹੈ, ਉਹ ਮਾਰੂ ਰਾਗ ਵੀ ਜਾ ਕੇ ਆਇਆ। ਉਸ ਤੋਂ ਪਹਿਲਾਂ ਕਿਤੇ ਵੀ ਸ਼ਬਦ ਸਰਲੇਖ ਨਹੀਂ। ਜਿੱਥੇ ਅਸੀਂ ਸ਼ਲੋਕ ਹੁੰਦਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜ਼ੂਰ। ਹੁਣ ਉਸ ਤੋਂ ਬਾਅਦ ਹਾਲਾਂ ਇਹ ਸ਼ਲੋਕ ਗੁਜਰੀ ਕੀ ਵਾਰ 'ਚ ਵੀ ਆਉਂਦਾ, ਉੱਥੇ ਸ਼ਲੋਕ ਮਹੱਲਾ 5ਵਾਂ ਹੈ। ਇੱਥੇ ਸਿਰਫ ਸਤਿਗੁਰਾਂ ਨੇ ਸ਼ਲੋਕ ਲਿਖਿਆ ਹੈ। ਆਪ ਬਾਣੀ ਦੇ ਜਾਣਕਾਰ ਬੈਠੇ ਹੋ ਤਾਂ ਮੈਂ ਇਸ ਵਿਸ਼ੇ ਨੂੰ ਸ਼ੁਰੂ ਕੀਤਾ ਹੈ। ਉੱਥੇ ਫਿਰ ਅੱਗੇ ਆਉਂਦਾ ਸ਼ਬਦ, ਸੱਸਾ ਬੱਬਾ ਤੇ ਦੱਦਾ। ਉਹ ਸ਼ਬਦ ਸਰਲੇਖ ਤੋਂ ਬਾਅਦ ਸ਼ਬਦ ਸੱਦਾ ਹੈ। ਇਸ ਰੂਹ ਨੂੰ ਪਰਮਾਤਮਾ ਵੱਲੋਂ ਤੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਉਹ ਸੱਦਾ ਹਰ ਘਰ ਵਿੱਚ ਨਹੀਂ ਜਾਂਦਾ। ਉਹ ਗੁਰਮੁਖ ਪਿਆਰੇ ਚਾਹ ਵਾਲੀਆਂ ਸੁਰਤਾਂ, ਉਹਨਾਂ ਦੇ ਘਰ ਵਿੱਚ ਅੰਮ੍ਰਿਤ ਵੇਲੇ ਸੱਦਾ ਜਾਂਦਾ ਹੈ। ਜਦੋਂ ਲੋਕ ਘੁੱਗ ਸੁੱਤੇ ਹੁੰਦੇ ਆ, ਜਿਹੜੇ ਅੰਮ੍ਰਿਤ ਵੇਲੇ ਨੇ ਸੰਭਾਲਣ ਵਾਲੇ ਨੇ, ਉਹ ਚਾਹ ਨਾਲ ਉੱਠ ਕੇ ਆਪਣੇ ਪ੍ਰੀਤਮ ਦੇ ਨਾਮ ਵੀ ਜੁੜ ਜਾਂਦੇ ਆ। ਉੱਥੇ ਹੈ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੈ। ਪਿਛਲ ਰਾਤ ਸੱਦੜੇ ਪੈਂਦੇ ਨੇ, ਰੋ ਵਿਚਾਰ ਉਸ ਦਿਨ ਬੇਨਤੀ ਕਰਾਂਗਾ। ਚੌਥਾ ਪੈਰ ਸਭਾ ਕੈ ਸੁਰਤਿਆਂ ਉਪਜੈ ਚਾਓ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਉਹਨਾਂ ਦੀ ਮਿੱਤਰਤਾ ਦਰਿਆਵਾਂ ਨਾਲ ਹੈ। ਉੱਥੇ ਉਹ ਇਸ਼ਨਾਨ ਕਰਦੇ ਨੇ। ਪਹਿਲੇ ਗੁਰਸਿੱਖ ਦਰਿਆਵਾਂ ਵਿੱਚ ਖੂਹਾਂ ਤੇ ਇਸ਼ਨਾਨ ਕਰਨਾ ਨਾ, ਜਾਂ ਬੌਲੀਆਂ ਸਨ ਜਾਂ ਖੂਹ ਸਨ ਤੇ ਜਾਂ ਦਰਿਆ ਸਨ। ਕਿਉਂਕਿ ਬੌਲੀ ਜਿਹੜੀ ਹੈ ਉਹ ਸਟੈਪ ਥੱਲੇ ਉਤਰਦੇ ਨੇ, ਖੂਹ ਤੋਂ ਆਪਾਂ ਹਲ ਟਾਲਾ ਜਾਂ ਦੂਜਾ ਚੜ੍ਹਕੀ ਲੱਗੀ ਹੁੰਦੀ ਸੀ, ਪਾਣੀ ਬਾਲਟੀ ਨਾਲ ਕੱਢਦੇ ਸੀ। ਮਹਾਰਾਜ ਕਹਿੰਦੇ ਨੇ ਕਿ ਪਿਆਰਿਓ ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਮ। ਉਹਨਾਂ ਦੇ ਮਨ ਵਿੱਚ ਮੁਖ ਵਿੱਚ ਸੱਚੇ ਨਾਮ ਦਾ ਪ੍ਰਵਾਹ ਚੱਲਦਾ ਹੈ। ਉੱਥੇ ਕੀ ਹੁੰਦਾ ਹੈ ਜੀ, ਇਹ ਕਿਵੇਂ ਤਬਦੀਲੀ ਹੋਗੀ? ਚਲੋ ਆਪਾਂ ਨੈਗੇਟਿਵ ਕੋਈ ਸ਼ਬਦ ਨਹੀਂ ਲੈਣਾ, ਸੱਚੀ ਜੇ, ਕਿਉਂਕਿ ਮਨ ਦਾ ਸੁਭਾਅ ਹੈ ਨਾ, ਜੋ ਕੋਈ ਸੁਣਦਾ ਫਿਰ ਉਹਦੇ ਉੱਤਰ ਦੇਣ ਲੱਗ ਪੈਂਦਾ ਸਟੇਜ 'ਚ, ਭਾਵੇਂ ਕਿਸੇ ਨੇ ਸੁਣਿਆ ਵੀ ਨਾ ਹੋਵੇ। ਪਰ ਮੈਂ ਫਿਰ ਵੀ ਬੇਨਤੀ ਕਰਾਂ, ਜਿਤਨੀ ਸਟੇਜ ਤੇ ਸਕਾਰਾਤਮਕ ਸੋਚ ਹੋਵੇਗੀ, ਜਿੰਨੀ ਗੁਰਦੁਆਰੇ ਵਿੱਚ ਪੋਜ਼ਿਟਿਵ ਗੱਲ ਕੀਤੀ ਜਾਏਗੀ, ਯਾਦ ਰੱਖਿਓ ਉਹਨਾਂ ਸੰਗਤ ਦੇ ਵਿੱਚ ਟਿਕਾ ਬਣਨਾ ਸ਼ੁਰੂ ਹੋ ਜਾਏਗਾ। ਜਿੰਨੀ ਸ਼ਬਦ ਦੀ ਬਾਤ ਕਰਾਂਗੇ ਆਪਾਂ, ਮਹਾਰਾਜ ਕਹਿੰਦੇ ਮਨ ਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਐ। ਉਸ ਅੰਮ੍ਰਿਤ ਵੇਲੇ ਪੂਰਨ ਖੜਾਓ ਦੇ ਵੇਲੇ ਬੰਦਗੀ ਵਾਲੇ ਜਿਨ੍ਹਾਂ ਦੇ ਮਨ ਵਿੱਚ ਮੂੰਹ ਵਿੱਚ ਸਿਮਰਨ ਹੈ, ਉੱਥੇ ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਪਰ ਮਿਲਦਾ ਉਹਨਾਂ ਨੂੰ ਵੀ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋਵੇ। ਹਜ਼ੂਰ ਕਹਿੰਦੇ ਨੇ ਉੱਥੇ ਅੰਮ੍ਰਿਤ ਵੰਡੀਐ। ਕਰਮੀ ਮਿਲੇ ਪਸਾਓ, ਜੇ ਕਰਮ ਹੋਵੇ ਬਖਸ਼ਿਸ਼ ਹੋਵੇ। ਮੈਂ ਆਪ ਨੂੰ ਫਿਰ ਬੇਨਤੀ ਕਰਾਂ ਕਿ ਭਾਈ ਬਿਧੀ ਚੰਦ ਆਏ ਆ, ਬਾਬਾ ਅਦਲੀ ਜੀ ਸ਼ਬਦ ਜੁੜੇ ਆ। ਇੱਕ ਤਾਂ ਚਲੋ ਪੈ ਸੀ, ਪਰ ਜਦੋਂ ਡਿੱਗੇ ਜੁੜੇ ਕੋਈ ਸਿੱਖ ਦੇ ਸਨਮੁਖ ਆਪਣੇ ਆਪ ਝੁਕ ਗਏ। ਨਹੀਂ ਪਿਆਰਿਓ, ਸੱਚ ਇਹ ਵੀ ਹੁੰਦਾ ਪਰਪੰਚ ਕਰਕੇ ਝੁਕਣਾ, ਇੱਕ ਹੁੰਦਾ ਹੈ ਨਾਮ ਵਾਲੀ ਸ਼ਖਸੀਅਤ ਇੰਨੀ ਉੱਚੀ ਹੁੰਦੀ ਹੈ, ਕਈ ਵਾਰੀ ਨਿੰਦਿਆ ਕਰਨ ਵਾਲਾ ਬੰਦਾ ਵੀ ਝੁਕਣ ਵਾਸਤੇ ਮਜਬੂਰ ਹੋ ਜਾਂਦਾ, ਉਸ ਤੇ ਬਖਸ਼ਿਸ਼ ਵਰਤੀ ਹੈ। ਮੈਂ ਇੱਕ ਉਦਾਹਰਨ ਆਪ ਜੀ ਨੂੰ ਹੋਰ ਦੇ, ਮੈਂ ਥੋੜੀ ਜਿਹੀ ਸਾਖੀ ਤਾਂ ਸ਼ੁਰੂ ਕੀਤੀ ਵੀ ਦੋਨੋਂ ਪੱਖ ਰਹਿ ਜਾਣ। ਪ੍ਰੋਫੈਸਰ ਸਾਹਿਬ ਸਿੰਘਣਾ ਨੇ ਆਪਣਾ ਜੀਵਨ ਲਿਖਿਆ। ਇੱਕ ਸਾਡੇ ਗੁਰਮੁਖ ਪਿਆਰੇ ਕੀਰਤਨੀਏ ਹੋਏ ਨੇ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ, ਫਰੂਕਿਆਂ ਵਾਲੇ ਕਹਿੰਦੇ ਸਨ ਉਹਨਾਂ ਨੂੰ। ਉਹਨਾਂ ਦਾ ਜੀਵਨ ਬਹੁਤ ਉੱਚਾ ਸੀ, ਬਹੁਤ ਉੱਚਾ ਜੀਵਨ ਭਾਈ ਸਾਹਿਬ ਜੀ ਦਾ। ਤੇ
उस किताब का नाम भी शायद निर्मोल कीर है, उस पुस्तक का। उस विच एक जिक्र किया जाता है। प्रोफैसर साहब सिंह जदों अर्थ करते हैं तो सब नूं पता है भी वो बड़े विग्यानक ढंग नाल, पर जदों मैं उन्होंने जीवन च घटना पढ़ी, वो कहते दीवान लगा होया सी, कहते मैं भी दीवान च बैठा सा, ये उन्हां नाल वापरी घटना। कहते दीवान लगा होया, दीवान विच बैठा हाँ ते मेरे नाल दो नौजवान बैठे सन। कहते जदों भाई साहब, मैं चलो वो शब्दावली हो सकता मेरे तो अगे पिछे हो जाए, पर तत् भाव की है, दो नौजवान ने कि दो तीन आदमी कोल बैठे ने। भाई हीरा सिंह जी जदों कीर्तन कर ली स्टेज ते आए, कहते मैं अपने कन्नां नाल सुनिया पखंडी आ गया, ठग आ गया। कहते जिन्ने शब्द भैड़े वर सकते हैं वरते, कहते उन्हां दी खोरे किस्मत चंगी सी। भाई साहब ने कीर्तन शुरू किया, इन्ना प्यारा भरा कीर्तन भाई साहब भाई हीरा सिंह करते सन। कीर्तन शुरू किया, कीर्तन करदियां करदियां प्रमाण देंदियां देंदियां उन्हां फिर जदों व्याख्या शुरू की, आर्या समाज वाले कहंदे सन कि हीरा सिंह दा कीर्तन जरूर सुन लियो, पर ओदी व्याख्या ना सुनियो, नहीं ते तुहानूं किरपान पाण ते मजबूर कर देवे। ये देखो उस उन्हें मेरे सामने कबोल बोलन, भैड़े बोल बोलन। जदों कीर्तन तो बाद भाई हीरा सिंह जी ने व्याख्या की शुरू, वो कहते मैं उन्हां बच्चियां नूं भूबा मार के रोंदियां देखिया। वो किहड़ी चीज सी? मैं सिर्फ एक उदाहरण दित्तियां दो, एक भाई बिधि चंद, एक उदाहरण ले। तुसीं देखो दोनां दा जिहड़ा पहला है, वो दो जिहड़े नौजवान ने जो बंदे ने, उन्हां दा अंदर भाई साहब दे प्रति किहो जिहा है, की वो शब्दावली वरत रहा, की उन्हां दे फुरने ने। इधर भाई साहब जी आउंदे आ, वो इस करके नहीं आया अज मैं सिख बनना ते बाबे अदली तो गुरु रामदास दा सिख है, मैं सिक्खी बारे कुछ पूछना नहीं, अचनचेत आ गए। पर गुरमुखो उस शख्सियत का प्रभाव इन्ना सी, रूहानी मंडल इहो जिहा सी कि सचमुच भाई बिधि चंद जी चुक गए ते उन्हां दे नेत्र खुले। उन्हां पुछया तू कौन? कुछ नहीं लुकाया, कहंदा चोरी भी करना ते डाके भी मार लेना। कहंदा अज बच गया, अज तो बाद नहीं। भाई बाबा अदली जी ने कहा नहीं, अज तो बाद करनी भी नहीं। हुण इन्ने शब्द कहे ना, हुण वो बच्चे जिहड़े बोल रहे सन भाई साहब नूं, किन्ना कुछ समा लगा। मैं इनू कहांगा, इनू शब्द नूं तुसीं व्याख्या कर सकदे हो। गुरमुखो मेरे माधो जी, सत संगत मिले सो तरिया, गुर प्रसाद परम पद पाया, सूके काष्ट हरिया। अंदर दा सुक्का मन खरिया हो गया, अंदर तृप्त हो गया, अंदर रस में भर गया। फिर अर्ज कह, मैं फिर बेनती करांगा। सोचा इस समा ते काफी लगना, पर मैं तीन दीवाना जिहड़े बाकी रहिंदे ने, दो होर अज समेत आप अर्थ पूरे कर देंगे। मर्ज की पहला तरीका है कि महिमा साधु संग की सुनो मेरे मीता, मैल खोई कोट अग हरे, निर्मल भै चेता। ये सूक्ष्मता है अंदर दी। दूसरा तरीका है कीर्तन, जेड़ा गुरमुख प्यारो कीर्तन कर लेंदा। मैं अक्सर कहना बड़ी वड्डी दात है कीर्तन रब दी। ये कला रोजी का साधन थोड़ा है। बाबा जी ने कीर्तन ही किया ते 54 साल भाई मरदाने ने नाल रबाब बजाई। 1480 नूं तुरिया नाल ते 1534 तक उन्हें रबाब बजाई गुरमुख ने। प्यारियो कीर्तन भी अंदर दी मैल धोंदा, सूक्ष्मता पैदा करदा कीर्तन। गुण गावत तेरी उतर समैल, सुखमनी साहिब च महाराज कहंदे अंदर दी मैल उतर जाएगी। तीसरा तरीका है फिर बेनती, संगत, कीर्तन। तीसरा है कि कुछ नहीं करन जोगा, पाठ सुनना शुरू कर दे, पाठ भी मैल धो दिंदा है। गुरबाणी सुन मैल गवाए, महाराज जी बचन करते हैं, गुरबाणी सुन के भी मैल उतरदी। चौथा तरीका को होर है गुरमुखो, वो तरीका है तेनू कीर्तन नहीं सुनना आउंदा, संगत नहीं किते मिल सकी, तू कला नाम जपिया कर। महाराज कहंदे ने नाम तेरे अंदर दी मैल नू धो के रख देगा। सूक्ष्मता है। प्रभ कै सिमरन मन की मल जाए,
ਜਾਂ ਹਜ਼ੂਰ ਬਚਨ ਕਰਦੇ ਨੇ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ। ਆ ਸੋਚ ਹੈ, ਉਹ ਧੋਪੈ ਨਾਵੈ ਕੈ ਰੰਗ। ਨਾਮ ਨੂੰ ਮੁਹੱਬਤ ਕਰਕੇ ਉਹ ਮੈਲ ਧੁੱਪਦੀ। ਪਰ ਗੁਰੂ ਜੀ ਨੇ ਇਸ਼ਾਰਾ ਤਾਂ ਕੀਤਾ, ਮੈਂ ਕੱਲ ਵੀ ਹੱਥ ਜੋੜ ਬੇਨਤੀ ਕੀਤੀ ਵੀ ਇਸ ਵਿੱਚ ਜੋ ਰੂਹਾਨੀ ਇਸ਼ਨਾਨ, ਸਰੀਰਕ ਇਸ਼ਨਾਨ, ਬੰਦਗੀ ਦਾ ਇਸ਼ਨਾਨ, ਸਤਿਗੁਰੂ ਨੇ ਪਹਿਲਾ ਬਚਨ ਕਿਹਾ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਅਗਲਾ ਬਚਨ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਜੇ ਇੱਕ ਇਨਸਾਨ ਜ਼ਬਾਨ ਤੋਂ ਚੁੱਪ ਕਰ ਜਾਂਦਾ, ਮੌਨ ਧਾਰਨ ਕੀਤਾ ਜਾਂਦਾ ਸੀ ਜੀ। ਅੱਜ ਵੀ ਕਈ ਸੱਜਣ ਕਹੇ ਮੌਨ ਵਰਤ ਰੱਖਦੇ ਆ। ਹਾਂ, ਜ਼ਬਾਨ ਦੀ ਚੁੱਪ ਨਾਲ ਥੋੜਾ ਜਿਹਾ ਅੰਦਰ ਜ਼ਰੂਰ ਟਿਕਣ ਲੱਗ ਪੈਂਦਾ, ਇਹ ਸੱਚ ਜੀ। ਬੰਦਾ ਚੁੱਪ ਰਹਿਣਾ ਸ਼ੁਰੂ ਕਰਦਾ ਨਾ ਤੇ ਅੰਦਰ ਨਾ ਉਂਝ ਇੱਕ ਆਰਾਮ ਜਿਹਾ ਮਿਲਣਾ ਸ਼ੁਰੂ ਹੋ ਜਾਂਦਾ, ਪਰ ਫੁਰਨਿਆਂ ਦਾ ਵੇਗ ਜਿਹੜਾ ਉਹ ਹਨੇਰੀ ਨਹੀਂ ਬੰਦ ਹੁੰਦੀ। ਥੋੜਾ ਜਿਹਾ ਆਰਾਮ ਮਹਿਸੂਸ ਹੁੰਦਾ ਵੀ, ਥੋੜਾ ਜਿਹਾ ਲੱਗਦਾ ਵੀ ਜਿਵੇਂ ਟਿਕ ਗਿਆ, ਪਰ ਨਹੀਂ ਟਿਕਿਆ ਨਹੀਂ ਹੁੰਦਾ ਪੂਰਾ। ਫੁਰਨੇ ਜਿਹੜੇ ਨੇ ਐ ਪੁੱਛੋ ਕੁਝ ਨਾ ਜੀ। ਗੁਰੂ ਸਾਹਿਬ ਤਾਂ ਬਚਨ ਕਰਦੇ ਆ, ਕਈ ਵਾਰੀ ਜ਼ਬਾਨ ਬੰਦ ਹੁੰਦੀ ਹੈ ਤੇ ਅੰਦਰ ਕੁੱਤਾ ਸਵੇਰੀ ਭੌਂਕਣ ਲੱਗ ਪੈਂਦਾ। ਸ੍ਰੀ ਰਾਗ ਦਾ ਸ਼ਬਦ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਹਾਲ। ਹਜ਼ੂਰ ਕਹਿੰਦੇ ਨੇ ਅੰਮ੍ਰਿਤ ਵੇਲਾ ਹੈ, ਜ਼ਬਾਨ ਬਿਲਕੁਲ ਚੁੱਪ ਹੈ। ਉਸ ਚੁੱਪ ਦੇ ਵਿੱਚ ਜਿਹੜਾ ਲਾਲਚ ਕੁੱਤਾ ਹੈ ਉਹ ਵੀ ਭੌਂਕ ਰਿਹਾ, ਫੁਰਨੇ ਬਣਾ ਰਿਹਾ ਹੈ। ਆਸਾ ਤੇ ਤ੍ਰਿਸ਼ਨਾ ਕੁਕਰੀਆਂ ਇਹ ਵੀ ਭੌਂਕ ਰਹੀਆਂ ਨੇ। ਇਹਦਾ ਮਤਲਬ ਜ਼ਬਾਨ ਚੁੱਪ ਜ਼ਰੂਰ ਹੈ, ਪਰ ਮਨਵਾ ਜਿਹੜਾ ਉਹ ਚੁੱਪ ਦੇ ਵਿੱਚ ਵੀ ਗੱਲਾਂ ਕਰੀ ਜਾ ਰਿਹਾ ਹੈ। ਕਿੰਨੇ ਫੁਰਨੇ ਬਣਾਉਂਦਾ ਹਜ਼ੂਰ ਕਹਿੰਦੇ ਨਹੀਂ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਕਿ ਤਰਵਰ ਸਦੀਵ ਮੋਨ ਸਾਦੇਗੀ ਮਰਤ ਹੈ ਅਕਾਲ ਉਸਤਤ। ਕਿ ਜਿਹੜਾ ਤਰਵਰ ਹੈ, ਰੁੱਖ ਹੈ, ਇਹ ਕਦੀ ਨਹੀਂ ਬੋਲਦਾ, ਖਾਮੋਸ਼ ਹੈ। ਪਰ ਤਰਵਰ ਚੁੱਪ ਦੇ ਨਾਲ ਕਿਤੇ ਬ੍ਰਹਮ ਗਿਆਨੀ ਨਹੀਂ ਬਣ ਗਿਆ। ਪਰ ਇਹਦਾ ਅਰਥ ਇਹ ਵੇ ਕਿ ਜ਼ਬਾਨ ਚੁੱਪ ਕਰਦੀ ਹੈ, ਪਰ ਮਨ ਨਹੀਂ ਚੁੱਪ ਕਰਦਾ। ਮਨ ਸੱਚੀ ਮੁੱਚੀ ਗੱਲਾਂ ਕਰੀ ਜਾਂਦਾ ਹੈ, ਮਰਿਆਂ ਨੂੰ ਵੀ ਉਠਾ ਕੇ ਗੱਲਾਂ ਕਰਦਾ ਹੈ, ਜਿਹੜੇ ਦੇਸ਼ 'ਚ ਰਹਿ ਗਏ ਉਹਨਾਂ ਨਾਲ ਵੀ ਗੱਲਾਂ ਕਰਦਾ ਹੈ। ਤੇ ਗੁਰਮੁਖੋ, ਇਹ ਮਿੱਤਰਾਂ ਨੂੰ ਯਾਦ ਕਰਦਾ ਹੈ, ਪਰਿਵਾਰ ਨੂੰ ਯਾਦ ਕਰਦਾ ਹੈ ਤੇ ਭਲਾ ਮੰਗੀ ਜਾਂਦਾ ਹੈ, ਵਿਰੋਧੀਆਂ ਨੂੰ ਯਾਦ ਕਰਦਾ ਹੈ ਤੇ ਬੁਰਾ ਮੰਗੀ ਜਾਂਦਾ ਹੈ। ਇਸੇ ਕਰਕੇ ਗੁਰੂ ਜੀ ਨੇ ਕਿਹਾ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕੀ ਜ਼ਬਾਨ ਦੀ ਚੁੱਪ ਨਾਲ ਮਨ ਚੁੱਪ ਕਰੇਗਾ? ਗੁਰੂ ਜੀ ਕਹਿੰਦੇ ਨਹੀਂ, ਮਨ ਚੁੱਪ ਨਹੀਂ ਕਰੇਗਾ। ਪਰ ਮੈਂ ਇਹਦਾ ਇੱਕ ਹੋਰ ਬੇਨਤੀ ਕਰਦਾ, ਇਹ ਚੁੱਪ ਕਰ ਸਕਦਾ? ਬਿਲਕੁਲ ਕਰਦਾ। ਮੈਂ ਬੋਲ ਰਿਹਾ, ਆਪ ਜੀ ਬੋਲਦੇ ਹੋ। ਇੱਕ ਉਦਾਹਰਨ ਹੈ, ਜਿੰਨੀ ਦੇਰ ਤੱਕ ਮੂੰਹ ਖਾਲੀ ਹੈ, ਬੋਲ ਆਪ ਜੀ ਤੱਕ ਪਹੁੰਚਣਗੇ, ਆਪ ਜੀ ਦੇ ਬੋਲ ਦੂਜੇ ਤੱਕ ਜਾਣਗੇ। ਜਦੋਂ ਮੂੰਹ ਨੂੰ ਖਾਣੇ ਨਾਲ, ਪ੍ਰਸ਼ਾਦ ਨਾਲ, ਭੋਜਨ ਨਾਲ, ਕੋਈ ਚੀਜ਼ ਖਾਣ ਵਾਲੀ ਨਾਲ ਮੂੰਹ ਭਰ ਲਓ, ਫਿਰ ਬੰਦਾ ਬੋਲਦਾ ਨਹੀਂ? ਬੋਲਦਾ। ਖਾਲੀ ਮੂੰਹ ਬੋਲਦੇ ਹੁੰਦੇ ਆ, ਜਦੋਂ ਭਰੇ ਜਾਣ ਗੁਰਮੁਖੋ ਉਦੋਂ ਚੁੱਪ ਕਰ ਜਾਂਦੇ ਆ। ਸੱਚ ਇਹ ਵੇ, ਖਾਲੀ ਘੜੇ ਜਿਹੜੇ ਨੇ ਆਵਾਜ਼ ਉੱਚੀ ਕਰਦੇ ਆ, ਜਦੋਂ ਘੜਾ ਭਰਿਆ ਜਾਏ ਤੇ ਸੱਚੀ ਮੁੱਚੀ ਖਾਮੋਸ਼ ਹੋ ਜਾਂਦਾ, ਉਹ ਅਸਲੀ ਚੁੱਪ ਹੈ। ਜਦੋਂ ਫੁਰਨਾ ਬਿਲਕੁਲ ਖਤਮ ਹੋ ਗਿਆ, ਕੋਈ ਫੁਰਨਾ ਨਹੀਂ, ਚੁੱਪ ਹੈ। ਹਜ਼ੂਰ ਕਹਿੰਦੇ ਨੇ ਪਰ ਬਾਹਰ ਦੀ ਚੁੱਪ ਨਾਲ ਨਹੀਂ, ਬਾਹਰ ਦੀ ਚੁੱਪ ਵਿਖਾਵਾ ਬਣ ਜਾਏਗੀ। ਤੋ ਆਪਣੇ ਉਂਝ ਗੁਰਮਤ ਨੇ ਕਿਹਾ ਹੈ ਕਿ ਥੋੜਾ ਬੋਲੇ ਤੇ ਥੋੜਾ ਖਾਏ। ਅਸੀਂ ਪਾਠ ਵੀ ਕਰਨੇ ਆ ਕਿ ਮਹਾਰਾਜ ਜੀ ਨੇ ਸ਼ਬਦ ਵੀ ਵਰਤੇ ਨੇ ਹਜ਼ੂਰ ਨੇ ਬਾਣੀ ਵਿੱਚ ਕਿ ਉਹ ਘੱਟ ਬੋਲਦੇ ਨੇ, ਉਹ ਘੱਟ ਖਾਂਦੇ ਨੇ। ਗੁਰੂ ਸਾਹਿਬ ਤੇ ਤੋਂ ਕਹਿੰਦੇ ਨੇ ਉਹ ਬੋਲਦੇ ਜ਼ਰੂਰ ਨੇ, ਪਰ ਉਹਨਾਂ ਕੋ ਬੋਲਦੇ ਨੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰੇ। ਉੱਥੇ ਚੁੱਪ ਹੈ, ਉੱਥੇ ਉਹ ਖਾਮੋਸ਼ੀ ਧਾਰਨ ਕਰ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਆ ਕਿ ਜ਼ਬਾਨ ਦੀ ਚੁੱਪ ਥੋੜਾ ਜਿਹਾ ਅੰਦਰ ਨੂੰ ਸਕੂਨ ਦਿੰਦੀ ਏ, ਪਰ ਜ਼ਬਾਨ ਦੀ ਚੁੱਪ ਮੁਕੰਮਲ ਮਨ ਦੀ ਚੁੱਪ ਨਹੀਂ ਹੋ ਸਕਦੀ। ਉਹ ਚੁੱਪ ਸਿਮਰਨ ਵਿੱਚ ਹੈ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਅਗਲੀ ਬੇਨਤੀ, ਭੁੱਖਿਆ ਭੁੱਖ ਨਾ ਉਤਰੀ। ਬੰਦਾ ਤ੍ਰਿਸ਼ਨਾ ਦੇ ਅਧੀਨ ਭੁੱਖਾ ਰਹਿ ਕੇ ਵਰਤ ਰੱਖਦਾ ਹੈ, ਤ੍ਰਿਸ਼ਨਾਲੂ ਹੈ, ਤੇ ਜਿੰਨੇ ਮਰਜੀ ਪਦਾਰਥ ਉਹਨੂੰ ਮਿਲ ਜਾਣ ਉਹਦੀ ਭੁੱਖ ਨਹੀਂ ਖਤਮ ਹੋ ਸਕਦੀ। ਹੁਣ ਇੱਥੇ ਵੀ ਇੱਕ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਹਰ ਭੁੱਖ ਦਾ ਅਰਥ ਕੇਵਲ ਵਾਸ਼ਨਾ ਦੀ ਭੁੱਖ ਨਹੀਂ। ਆਪ ਜੀ ਨੇ ਹੁਣੇ ਰਹਿ ਰਸ ਦਾ ਪਾਠ ਜਿਨ੍ਹਾਂ ਗੁਰਮੁਖਾਂ ਕੀਤਾ ਹੈ, ਸਾਚੇ ਨਾਮ ਕੀ ਲਾਗੈ ਭੂਖ।
ਉਤ ਭੁੱਖੈ ਖਾਏ ਚਲੀਏ ਦੁੱਖ ਇੱਕ ਭੁੱਖ ਉਹ ਵੀ ਹੈ। ਜਿਸ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਏ, ਹਜ਼ੂਰ ਕਹਿੰਦੇ ਉਸ ਭੁੱਖ ਦੇ ਵਿੱਚ ਜਦੋਂ ਉਹ ਨਾਮ ਜਪਦਾ ਹੈ, ਉਸ ਭੁੱਖ ਵਿੱਚ ਜਪਿਆ ਹੋਇਆ ਨਾਮ ਸਾਡੇ ਅੰਦਰ ਦੇ ਦੁੱਖਾਂ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ। ਇੱਥੇ ਇਹ ਕਿ ਤ੍ਰਿਸ਼ਨਾ ਅਧੀਨ ਵਰਤ ਰੱਖਣੇ, ਮੈਨੂੰ ਆ ਕੁਝ ਮਿਲ ਜਾਏ। ਮੰਨ ਲਓ ਸਾਰੀ ਦੁਨੀਆ ਦੇ ਪਦਾਰਥ ਮਿਲ ਜਾਣ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੰਦਾ ਫਿਰ ਵੀ ਨਹੀਂ ਰੱਜਦਾ। ਇੱਥੇ ਇੱਕ ਹੋਰ ਅਰਜ਼, ਇੱਕ ਪਦਾਰਥਕ ਭੁੱਖ ਹੈ ਗੁਰਮੁਖੋ, ਇੱਕ ਪਰਮਾਰਥਕ ਭੁੱਖ ਹੈ। ਪਦਾਰਥਕ ਭੁੱਖ ਤੇ ਪਰਮਾਰਥਕ ਭੁੱਖ ਬੁੱਝਦੀਆਂ ਦੋਵੇਂ ਹੀ ਕੋਈ ਨਹੀਂ। ਜਿਸ ਨੂੰ ਪਦਾਰਥਾਂ ਦੀ ਭੁੱਖ ਲੱਗਦੀ ਉਹ ਵੀ ਨਹੀਂ ਬੁੱਝਦੀ। ਮੇਰਾ ਖਿਆਲ ਹੈ ਸਤਿਗੁਰਾਂ ਦਾ ਬਚਨ ਹੀ ਦਰਬਾਰ ਸਾਹਿਬੋਂ ਆਇਆ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝਿਆ। ਜੋ ਹੁਕਮਨਾਮਾ ਇਹੀ ਹੈ ਤੇ ਮਨ ਚ ਆਇਆ ਸੱਚੇ ਪਾਤਸ਼ਾਹੀ ਤਾਂ ਕਥਾ ਵੀ ਇਹ ਚੱਲ ਰਹੀ ਹੈ, ਇਹ ਵੀ ਇੱਕ ਭੁੱਖ ਹੈ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਇੰਦਨ ਨੀ ਧਰਾਪੈ ਬਿਨ ਹਰ ਕਹਾਂ ਆਗਾਈ। ਇਹ ਤਾਂ ਹੋ ਗਏ ਪਦਾਰਥ। ਫਿਰ ਆ ਇੰਦਰੀਆਂ ਦੀ ਭੁੱਖ ਆਪਣੀ ਹੈ। ਇਸ ਤੋਂ ਅੱਗੇ ਚੱਲੀਏ, ਇੱਕ ਹੈ ਪਦਾਰਥ, ਜਿਹੜਾ ਪਦਾਰਥ ਸਾਡੀ ਸਰੀਰ ਤੋਂ ਵੱਖਰਾ ਹੈ। ਮੰਨ ਲਓ ਸੋਨਾ ਚਾਂਦੀ ਪੈਸਾ ਘਰ ਗੱਡੀਆਂ, ਇਹ ਸਰੀਰ ਤੋਂ ਵੱਖਰੇ ਨੇ ਨਾ, ਇਹ ਵੀ ਇੱਕ ਭੁੱਖ ਹੈ। ਇੱਕ ਹੈ ਭੁੱਖ ਇੰਦਰੀਆਂ ਦੀ, ਇਹਦਾ ਜ਼ਿਕਰ ਵੀ ਗੁਰੂ ਸਾਹਿਬ ਜੀ ਨੇ ਕੀਤਾ ਕਿ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾ ਕੇ ਕਵਨ। ਪਰ ਹਾਂ ਭੁੱਖ ਉਤਰ ਸਕਦੀ ਏ, ਭੁੱਖਿਆਂ ਰਹਿ ਕੇ ਭੁੱਖ ਨਹੀਂ ਉਤਰਨੀ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੇ, ਗੁਣੀ ਸਮਾਏ। ਬਾਬਾ ਜੀ ਕਹੇ ਇਸ ਤਰ੍ਹਾਂ ਭੁੱਖ ਜਾਏਗੀ ਜਿਹੜੀ ਆਪ ਰੋਜ਼ ਪੌੜੀ ਪੜ੍ਹਦੇ ਹੋ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ। ਇਹ ਸਭ ਸ਼ਬਦ ਵਰਤੇ ਜੀ ਇੱਥੇ, ਇੱਕ ਭੁੱਖ ਨਹੀਂ। ਜਿਨ ਭੁੱਖਾਂ ਸਭ ਗਵਾਈਆਂ, ਸਾਰੀਆਂ ਭੁੱਖਾਂ ਨੂੰ ਖਤਮ ਕਰ ਦਿੱਤਾ ਨਾਮ ਨੇ। ਹਜ਼ੂਰ ਕਹਿੰਦੇ ਨੇ ਬਾਹਰ ਦੀ ਭੁੱਖ, ਬਾਹਰ ਦੀ ਤ੍ਰਿਸ਼ਨਾ ਅਧੀਨ ਸਾਰੇ ਪਦਾਰਥ ਮਿਲ ਵੀ ਜਾਣ, ਫਿਰ ਬੰਦਾ ਰੱਜ ਸਕੇਗਾ ਜੀ? ਨਹੀਂ। ਇੱਥੇ ਹੋਰ ਇੱਕ ਬੇਨਤੀ ਕਰਦਾ ਜਾਵਾਂ। ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ, ਮੈਂ ਕੱਲ ਪਰਸੋਂ ਇੱਕ ਜਗ੍ਹਾ ਸ਼ਾਇਦ ਪਰਸੋਂ ਕੀਤੀ ਕਥਾ, ਥੋੜੀ ਜਿਹੀ ਮੈਂ ਇੱਕ ਬੇਨਤੀ ਤੁਹਾਨੂੰ ਆਪ ਨੂੰ ਕਰ ਦਿਆਂ। ਇੱਕ ਰਾਜ ਹੈ ਬਾਹਰ ਦਾ, ਜਿਹੜਾ ਬੰਦਾ ਕਹਿੰਦਾ ਮੈਨੂੰ ਚਾਹੀਦਾ ਮਿਲਣਾ, ਅਸੀਂ ਵੀ ਕਹਿੰਦੇ ਤੇ ਗੁਰਬਾਣੀ ਨੇ ਕਿਹਾ ਜਿਸ ਕਾ ਰਾਜ ਤਿਸੀ ਕਾ ਸੁਪਨਾ। ਜਿਹਦਾ ਰਾਜ ਹੁੰਦਾ ਫਿਰ ਸੁਪਨੇ ਉਹ ਵੀ ਪੂਰੇ ਕਰਦੇ ਹੁੰਦੇ ਆ। ਜਿਸ ਹੀ ਕੀ ਸਰਕਾਰ ਤਿਸੀ ਕਾ ਸਭ ਕੋਈ, ਉਹਨੇ ਹੁਕਮ ਹੀ ਮਾਰਨਾ ਨਾ, ਕੰਮ ਕਰ ਦਿਓ। ਰਾਜ ਚ ਇੰਨੀ ਵੱਡੀ ਤਾਕਤ ਹੈ। ਪਰ ਮੈਂ ਇੱਕ ਬੇਨਤੀ ਰੂਹਾਨੀ ਤੌਰ ਤੇ ਕਰਾਂਗਾ, ਜੋ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ। ਇੱਕ ਬੰਦਾ ਉਹ ਹੈ ਜਿਹਦੇ ਕੋਲ ਪਦਾਰਥਾਂ ਦੀ ਕੋਈ ਕਮੀ ਨਹੀਂ, ਹਰ ਦੁਨੀਆ ਦਾ ਸੁੱਖ ਉਹਦੇ ਕੋਲ ਹੈ, ਪਰ ਇਬਾਦਤ ਤੋਂ ਬਿਨਾ ਉਸ ਬੰਦੇ ਦੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਗੰਦਗੀ ਦੇ ਵਿੱਚ ਕੀੜਾ ਪੜ ਰਿਹਾ ਹੋਵੇ। ਇੱਕ ਇਨਸਾਨ ਹੋਵੇ ਜਿਹਦੇ ਕੋਲ ਦੁਨੀਆ ਦਾ ਕੁਝ ਵੀ ਨਹੀਂ, ਪਾਟੇ ਕੱਪੜੇ ਪਾ ਕੇ ਬੈਠਾ ਰਹਿੰਦਾ ਝੌਂਪੜੀ 'ਚ ਹੈ। ਹਜ਼ੂਰ ਕਹਿੰਦੇ ਨੇ ਨਹੀਂ ਭਲਿਆ, ਇਹ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਹੈ। ਮੈਂ ਫਿਰ ਅਰਜ਼ ਕਰਾਂ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਜਿਵੇਂ ਇੱਕ ਬਚਨ ਹੈ, ਦੋਨੋਂ ਪੌੜੀਆਂ ਨੇ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਜੈਤ ਸ੍ਰੀ ਕੀ ਵਾਰ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਨ ਦਾ। ਮਨ ਇੱਛੇ ਸੁਖ ਦਾ ਅਰਥ ਰੂਹਾਨੀ ਸੁਖ ਨਹੀਂ, ਜੋ ਕੁਝ ਮਨ ਚ ਹੈ, ਮੈਂ ਆ ਪੀਣਾ ਹੈ, ਆ ਖਾਣਾ ਹੈ, ਆ ਪਾਣਾ, ਮੈਂ ਫਲਾਨੀ ਐਸ਼ੋ ਆਰਾਮ, ਜੋ ਫੁਰਨੇ ਆਏ ਹਰ ਫੁਰਨੇ ਨੂੰ ਬੰਦੇ ਨੇ ਪੂਰੀਆਂ ਕੀਤਾ, ਉਹਦੇ ਲਈ ਸਹੂਲਤਾਂ ਨੇ। ਮਨ ਇੱਛੇ ਸੁਖ ਮਾਨ ਦਾ ਕਿਛ ਨਾਹੀ ਵਸੂਰੇ, ਸੋ ਪ੍ਰਭ ਚਿਤ ਨਾ ਆਵੀ ਬਿਸ਼ਟਾ ਕੇ ਕੀਰੇ। ਇਥੋਂ ਸ਼ਬਦ ਵਰਤਿਆ, ਕਹਿੰਦੇ ਗੰਦਗੀ ਦਾ ਕੀੜਾ ਹੈ, ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੈ। ਤੇ ਇਹਦੇ ਨਾਲ ਦੂਸਰਾ ਬਚਨ ਹੈ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇਠ ਤਨ ਰੂਪਹੀਨ ਕੀ ਸਾਖ ਨਾ ਸਿੰਨਾ। ਸਤਿਗੁਰੂ ਕਹਿੰਦੇ ਰਾਜਾ ਸਗਲੀ ਬੈਠਾ ਤੇ ਝੌਂਪੜੀ 'ਚ ਹੈ, ਦੂਜੇ ਕੋਲ ਸੁੰਦਰ ਸੇਜ ਅਨੇਕ ਸੁਖ ਨੇ, ਗ੍ਰਹਿ ਸੋਇਨ ਚੰਦਨ ਸੁਗੰਧ ਨੇ, ਪਰ ਇਸ ਕੋਲ ਕੀ ਹੈ? ਟੁੱਟੀ ਜੀ ਝੌਂਪੜੀ, ਮੀਂਹ ਪੈਂਦਾ ਚੋਣ ਲੱਗ ਪੈਂਦੀ, ਹਵਾ ਹੁੰਦੀ ਹੈ ਤੇ ਛੱਤ ਉੱਡਣ ਨੂੰ ਤਿਆਰੀ ਕਰ ਲੈਂਦੀ ਹੈ। ਕੱਪੜੇ ਦੋ ਕਨੇ, ਇੱਕ ਧੋਂਦਾ ਇੱਕ ਪਾ ਲੈਂਦਾ ਹੈ। ਨਾ ਕਦੀ ਕੋਈ ਭੈਣ, ਨਾ ਭਰਾ, ਨਾ ਮਿੱਤਰ, ਨਾ ਸੱਜਣ, ਕੋਈ ਪਿੰਡ ਦਾ ਬੰਦਾ ਉਹਨੂੰ ਜੀ ਆਇਆ ਨਹੀਂ ਕਹਿੰਦਾ, ਸਿਰ ਵੀ ਕੱਲ ਵਿੱਚ ਰਹਿੰਦਾ ਹੈ। ਮੇਰਾ ਗੁਰੂ ਅਰਜੁਨ ਸਾਹਿਬ ਸੱਚਾ ਪਾਤਸ਼ਾਹ ਬਖਸ਼ਿਸ਼ ਕਰਦਾ, ਨਹੀਂ ਪਿਆਰਿਓ,
ਉਹ ਝੌਂਪੜੀ 'ਚ ਰਹਿਣ ਵਾਲਾ ਸ੍ਰਿਸ਼ਟੀ ਦਾ ਰਾਜਾ ਹੈ ਤੇ ਤਖਤਾਂ ਤੇ ਬਹਿਣ ਵਾਲਾ ਗੰਦਗੀ ਦਾ ਕੀੜਾ ਹੈ। ਫਿਰ ਅਰਜ਼ ਹੈ ਉਹਦੀ ਭੁੱਖ ਸ਼ਾਂਤ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਭੁੱਖਿਆਂ ਰਹਿ ਕੇ, ਮੰਨ ਲਓ ਸਾਰੇ ਪਦਾਰਥ ਇਕੱਠੇ ਹੋ ਗਏ, ਮੈਂ ਫਿਰ ਰਿਪੀਟ ਕਰਾਂਗਾ, ਮਨ ਦੀ ਸੁਚਮਤਾ, ਮਨ ਦੀ ਚੁੱਪ ਤੇ ਮਨ ਦੀ ਤ੍ਰਿਪਤੀ। ਚੌਥਾ ਬਚਨ ਕੀਤਾ, ਸਹਿਸ ਸਿਆਣਪਾਂ ਲੱਖ ਹੋਏ, ਹਜ਼ਾਰਾਂ ਲੱਖਾਂ ਸਿਆਣਪਾਂ ਹੋ ਜਾਣ ਤਾਂ ਇੱਕ ਨਾ ਚੱਲੇ ਨਾਲ। ਕੋਈ ਸਿਆਣਪ, ਕੋਈ ਚਲਾਕੀ, ਕੋਈ ਚਤੁਰਾਈ ਨਾਲ ਛੱਡਣ ਦੀ ਗੱਲ ਛੱਡੋ ਪਿਆਰਿਓ, ਚਲਾਕੀ ਵਾਲਾ ਤਾਂ ਰੱਬ ਵੀ ਕਦੀ ਨਹੀਂ ਪ੍ਰਾਪਤ ਕਰ ਸਕਦਾ। ਚਲਾਕੀ ਨਾਲ ਦੁਨੀਆ ਠੱਗੀ ਜਾ ਸਕਦੀ ਹੈ। ਚਲਾਕੀ ਨਾਲ ਸੱਚੀ ਮੁੱਚੀ ਕਈ ਵਾਰੀ ਭੋਲੇ ਪਾਲੇ ਇਬਾਦਤ ਵਾਲਿਆਂ ਲੋਕ ਜੇਬਾਂ ਕੱਟ ਕੇ ਲੈ ਜਾਂਦੇ ਆ, ਪਰ ਚਲਾਕੀ ਨਾਲ ਰੱਬ ਨਹੀਂ ਮਿਲਦਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤਰ ਪੁਜ ਪਾਈ। ਇਹ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਗੁਰਮਤ ਸਾਚੀ ਹੁਜਤ ਦੂਰ। ਗੁਰੂ ਦੀ ਮੱਤ ਹੀ ਸੱਚੀ ਹੈ, ਤੇ ਜੇ ਪੜ ਕੇ ਤੂੰ ਖੁਜਤਾਂ ਕਰਨਾ, ਇਹਦਾ ਹੁਜਤ ਦੂਰ ਦਾ ਅਰਥ ਹੈ ਤੇਰੇ ਅੰਦਰ ਨੂੰ ਸ਼ਬਦ ਤੋਂ ਦੂਰ ਲੈ ਜਾਏਗੀ, ਤੈਨੂੰ ਸ਼ਬਦ ਚੇਤੇ ਹੋ ਜਾਏਗਾ, ਪਰ ਚਲਾਕੀ ਵਰਤੀ ਅੰਦਰੋਂ ਦੂਰ ਹੋ ਜਾਏਗਾ। ਫਿਰ ਬੇਨਤੀ, ਗੁਰਮਤ ਸਾਚੀ ਹੁਜਤ ਦੂਰ। ਅਗਲੀ ਤੋਕ ਹੈ, ਬਹੁਤ ਸਿਆਣਪ ਲਾਗੈ ਧੂਰ। ਜਿਹੜੇ ਗੁਰਸਿੱਖ ਆ ਪਾਠ ਕਰਦੇ ਹੋ, ਧੂਰ ਦਾ ਅਰਥ ਇੱਥੇ ਨਿਮਰਤਾ ਵਾਲਾ ਮਿੱਟੀ ਨੇ, ਤੇ ਧੂਰ ਦਾ ਅਰਥ ਹੈ ਮੈਲ। ਜਿੰਨਾ ਸਿਆਣਾ ਬਣ ਰਿਹਾ ਹੈ ਉਨੀ ਪਰਤ ਮੈਲ ਦੀ ਜੰਮਦੀ ਪਈ ਹੈ, ਕਿਉਂਕਿ ਸਿਆਣਪ ਆਪਣੇ ਆਪ ਵਿੱਚ ਇੱਕ ਮੈਲ ਹੈ। ਇਸੇ ਕਰਕੇ ਗੁਰੂ ਜੀ ਨੇ ਇੱਕ ਸ਼ਬਦ ਸੁਖਮਨੀ ਸਾਹਿਬ ਦਾ, ਗੁਰ ਕੀ ਮਾਤੂ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਸਹਿਸ ਸਿਆਣਪਾ ਲੱਖ ਹੈ। ਅਤ ਦਾ ਸਿਆਣਾ, ਅਤ ਦਾ ਸੋਹਣਾ, ਅਤ ਦਾ ਅਮੀਰ, ਅਤ ਦਾ ਕਵੀ, ਉੱਚਾ ਸ੍ਰੇਸ਼ਟ ਬੰਦਾ। ਮਹਾਰਾਜ ਕਹਿੰਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਸ ਘਰ 'ਚ ਸਿਆਣਪ ਚਤੁਰਾਈ ਚੱਲਦੀ। ਮੈਂ ਭਗਤ ਧੰਨਾ ਸਾਹਿਬ ਜੀ ਦੇ ਸਥਾਨ ਤੇ ਕਥਾ ਕਰਨ ਗਿਆ, ਜਿੱਥੇ ਉਹਨਾਂ ਹਲ ਵਾਇਆ ਨਾ। ਮੈਂ ਇੱਕ ਵਾਰੀ ਆਪ ਨੂੰ ਕਿਹਾ, ਕਈ ਬੱਗੇ ਜ਼ਮੀਨ ਹੈ ਭਗਤ ਜੀ ਦੇ ਨਾਮ ਤੇ ਉੱਥੇ ਧੁਆਨ ਪਿੰਡ। ਤੇ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਤੋਂ ਬਾਅਦ ਜਦੋਂ ਮੇਰਾ ਮਨ ਕੀਤਾ ਵੀ ਆਖਰ ਇੱਥੇ ਉਸ ਭਗਤ ਜੀ ਨੇ ਖੇਤ ਵਾਇਆ, ਪਾਣੀ ਲਾਇਆ, ਉੱਥੇ ਇੱਕ ਮਨ ਚ ਆਇਆ ਕਿ ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਇਹ ਭਾਈ ਗੁਰਦਾਸ ਸਾਹਿਬ, ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ। ਉਹ ਰੋਜ਼ ਪੂਜਾ ਕਰ ਰਿਹਾ ਨਾ ਠਾਕੁਰ ਦੀ, ਤੇ ਧੰਨਾ ਜਾਂਦੇ ਨੇ ਡੰਗਰ ਚਾਰਨ ਵਾਸਤੇ, ਗਾਵਾਂ ਚਾਰ ਲਈ। ਉਹਨੇ ਕਿਹਾ ਵੀ ਰੋਜ਼ ਇਸ਼ਨਾਨ ਪਾਣੀ ਕਰਾਂਦਾ, ਵੀ ਇਹ ਮਾਜਨਾ ਕੀ ਹੈ? ਉਹਨੇ ਕਿਹਾ ਵੀ ਇਹ ਕੀ ਕਰਦੇ ਹੋ? ਉਹ ਕਹਿੰਦਾ ਤੈਨੂੰ ਨਹੀਂ ਪਤਾ, ਜੱਟ ਬੂਟ ਬੰਦਾ ਹੈ, ਮੈਂ ਠਾਕੁਰ ਦੀ ਪੂਜਾ ਕਰਨਾ। ਕਹਿੰਦਾ ਇਹ ਕੀ ਕਰਦਾ ਠਾਕੁਰ? ਕਹਿੰਦਾ ਠਾਕੁਰ ਨੂੰ ਜੋ ਮੰਗੀ ਉਹ ਦਿੰਦਾ ਹੈ। ਉਹ ਭੋਲਾ ਮਨ ਸੀ, ਭੈ ਭਾਮਣੀ ਵਾਲਾ। ਇਹ ਭਾਈ ਸਾਹਿਬ ਦੀ ਰਚਨਾ ਚੋਂ ਮੈਂ ਬੇਨਤੀ ਕਰ ਰਿਹਾ। ਉਹ ਚਲਾ ਗਿਆ, ਸਾਰਾ ਦਿਨ ਇੱਕੋ ਗੱਲ ਚੱਲੀ ਗਈ, ਕੱਲਾ ਬੰਦਾ ਵਾ, ਮੱਝਾਂ ਗਾਵਾਂ ਵੀ ਚਾਰਨੀਆਂ, ਹਲਟ ਤੇ ਵੀ ਚਲਾਣਾ, ਨੱਕੇ ਵੀ ਮੋੜਨੇ, ਖਲ ਵੀ ਵਾਹਣਾ। ਤੇ ਬਾਹਮਣ ਕਹਿੰਦਾ ਸੀ ਜੋ ਇੱਛੇ ਸੋਈ ਫਲ ਪਾਵੇ, ਆਪਾਂ ਠਾਕੁਰ ਕਿਉਂ ਨਾ ਲਾਈਏ ਪੈਲੀ 'ਚ? ਇਸ ਤਰ੍ਹਾਂ ਹੈ ਨਾ ਜੀ। ਉਹਨੇ ਕਿਹਾ ਜੀ ਚਲੋ ਠਾਕੁਰ। ਹੁਣ ਦੇਖੋ ਉੱਥੇ ਭਾਈ ਸਾਹਿਬ ਨੇ ਇੱਕ ਤੁਕ ਵਰਤੀ ਹੈ। ਉਹ ਭਾਈ ਬਾਬਾ ਧੰਨਾ ਜੀ ਭਗਤ ਸਾਹਿਬ ਜੀ ਕਹਿੰਦੇ ਨੇ, ਦੂਜੇ ਦਿਨ ਜਾ ਕੇ ਉਹ ਬ੍ਰਾਹਮਣਾ ਇੱਕ ਠਾਕਰ ਮੈਨੂੰ ਵੀ ਦੇ। ਕੰਮ ਬੜਾ ਵਕਤ ਤਾੜ ਆ ਗਿਆ ਇਸ ਵਕਤ ਬਿਜਾਈ ਦਾ, ਕੱਲਾ ਬੰਦਾ ਵਾ, ਮੱਝਾਂ ਸਾਵਾਂ, ਗਾਵਾਂ ਸਾਂਭਾਂ, ਹਲ ਵਾਵਾਂ, ਬੀਜ ਪਾਵਾਂ, ਪੱਠੇ ਵੱਢਾਂ, ਲਿਆ ਮੈਨੂੰ ਬੰਦਾ ਦੇ, ਠਾਕਰ ਦੇ। ਉਹਨੇ ਕਿਹਾ ਵੀ ਇਹ ਕੀ ਕਹਿੰਦਾ, ਵੀ ਇਹ ਤਾਂ ਮੱਝਾਂ ਥੋੜਾ ਚਾਰਦਾ। ਉਹ ਕਹਿੰਦਾ ਤੂੰ ਤੇ ਕਹਿੰਦਾ ਸਾਂ ਜੋ ਇੱਛਾ ਸੋਈ ਫਲ ਪਾਵੇ। ਇਹ ਸਾਰੇ ਕੰਮ ਜੇ ਕਰਦਾ ਤੇ ਮੱਝਾਂ ਵਾਲਾ ਨਹੀਂ ਕਰ ਸਕਦਾ, ਚਾਰਨ ਵਾਲਾ, ਗਾਵਾਂ ਵਾਲਾ। ਉਹ ਬਹਿਸ ਹੋਈ ਜੀ। ਉੱਥੇ ਭਾਈ ਸਾਹਿਬ ਕਹਿੰਦੇ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਗੈਲ ਸ਼ਬਦ ਜੀ ਪੁਆਧੀ ਦੀ ਗੈਲ, ਅੰਬਾਲੇ ਦੇ ਨੇੜੇ ਬੋਲਦੇ ਨੇ ਗੈਲ। ਦੇ ਧੰਨੇ ਨੂੰ ਗੈਲ ਛਡਾਵੇ, ਆਪਣਾ ਖਹਿੜਾ ਛਡਾਇਆ ਮਗਰੋਂ। ਲਓ ਜਾ ਸਿੱਧੀ ਗੱਲ ਵੀ ਮੇਰਾ ਖਹਿੜਾ ਛੱਡ। ਸੱਚੀ ਜੇ ਜੀ ਉਹ ਬੰਦਾ ਚਲਾਕੀ ਵਰਤ ਕੇ ਪੱਥਰ ਦਿੰਦਾ ਰਿਹਾ।
ਚਲਾਕ ਸੀ, ਪਰ ਇਹ ਇਬਾਦਤ ਵਿੱਚ ਬੈਠ ਗਿਆ। ਮੈਂ ਫਿਰ ਬੇਨਤੀ ਕਰਾਂਗਾ ਕਿ ਸੱਚਮੁੱਚ ਭਗਤ ਧੰਨਾ ਜੀ ਨੇ ਇੰਨੀ ਕੁ ਤੁਰਿਆ ਪੱਥਰ ਨੂੰ ਲੈ ਕੇ। ਯਾਦ ਰੱਖਿਓ, ਪੱਥਰ ਇੱਕ ਪਾਸੇ ਰਹਿ ਗਿਆ, ਰੱਬ ਜੀ ਪ੍ਰਗਟ ਹੋ ਗਿਆ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤਾਪ ਗੁਸਾਈਆਂ ਧੰਨਾ ਵਡਭਾਗਾ। ਗੁਰੂ ਅਰਜੁਨ ਸਾਹਿਬ ਕਹਿੰਦੇ ਧੰਨੇ ਸੇਵਿਆ ਬਾਲ ਬੁੱਧ। ਬੱਚਾ ਚਲਾਕੀ ਨਹੀਂ ਵਰਦਾ ਹੁੰਦਾ। ਅੱਜ ਦੇ ਬੱਚੇ ਦੀ ਗੱਲ ਨਹੀਂ ਕਰਾਂਗਾ, ਬਖਸ਼ ਦੇ ਅਜੇ, ਅੱਜ ਤੇ ਸੱਚੀ ਇਹਨਾਂ ਦੇ ਭਾਅ ਦੇ ਜੰਮੇ ਵੀ ਕੋਈ ਨਹੀਂ ਆਪਾਂ। ਉਹ ਕਹਿੰਦੇ ਨੇ ਬਾਲ ਬੁੱਧੀ, ਬੱਚਿਆਂ ਵਾਲੀ ਬੁੱਧੀ। ਭੋਲਾ ਭਾਉ ਗੋਬਿੰਦ ਮਿਲਾਵੇ, ਭਾਈ ਗੁਰਦਾਸ ਸਾਹਿਬ ਕਹਿੰਦੇ ਭੋਲਾ ਭਾਉ ਸੀ, ਬਾਲ ਬੁੱਧੀ ਨਾਲ ਚੇਤੇ ਕੀਤਾ। ਚੇਤੇ ਰੱਖੋ, ਪੜਿਆਂ ਦੀ ਨਜ਼ਰ ਵਿੱਚ ਧੰਨਾ ਕਰਮ ਕਾਂਡੀ ਹੈ, ਪਰ ਬਾਲ ਬੁੱਧੀ ਪਰਮਾਤਮਾ ਨੂੰ ਮਿਲਾ ਗਈ। ਸਿਆਣਪ ਨਹੀਂ ਕੰਮ ਦੇਣਾ। ਤੇ ਸੱਚੀ ਇਹ ਸਾਡਾ ਵਿਸ਼ਾ ਜੀ ਪੜਨਾ ਸੁਣਨਾ ਸਭ ਨੂੰ। ਤੇ ਮੈਂ ਬੇਨਤੀ ਕਰਾਂ, ਜਿੰਨੇ ਨਹੀਂ ਨਾ ਕਥਾ ਕਰਨੀ, ਹੱਥ ਜੋੜ ਕੇ ਬੇਨਤੀ, ਜੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ, ਦਸ਼ਮੇਸ਼ ਦੇ ਬਚਨ ਤੇ ਗੁਰੂ ਗੁਰੂ ਜਪੋ, ਚਲਾਕੀਆਂ ਤੋਂ ਬਚ ਕੇ ਰੱਬ ਪਾਲਾ। ਜਿੰਨੀ ਇਸੇ ਕਰਕੇ ਜਿੰਨੇ ਮਹਾਂਪੁਰਖ ਨੇ ਉਹਨਾਂ ਨੇ ਕਿਹਾ, ਫਰੀਦ ਸਾਹਿਬ ਨੇ ਕਿਹਾ ਸਿਆਣਪ ਵਾਲੇ ਨੂੰ, ਫਰੀਦਾ ਜੇ ਤੂੰ ਅਕਲ ਲਤੀਫ, ਤੂੰ ਸਿਆਣਾ ਹੈ ਨਾ, ਤੇਰੀ ਲਤੀਫ ਅਕਲ, ਬੁੱਧੀ ਬੜੀ ਤੇਰੀ ਸੂਖਸ਼ਮ ਹੈ, ਕਾਲੇ ਲਿਖ ਨਾ ਲੇਖ। ਇੱਕ ਕੰਮ ਕਰ, ਆਪ ਨੇੜੇ ਗਿਣਵਾਨ ਮੈਂ ਸਿਰ ਨੀਵਾ ਕਰ ਦੇਖ। ਬੜੀ ਵੱਡੀ ਗੱਲ ਕਹੀ, ਤੂੰ ਆਪਣੇ ਗਿਰਵਾਨ ਚ ਝਾਤੀ ਮਾਰ, ਸਿਮਰਨ ਕਰ, ਆਪਣੀ ਬੁੱਕਲ ਚ ਸਾਈਂ ਨੂੰ ਦੇਖ। ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲ। ਉਂਝ ਗੁਰੂ ਸਾਹਿਬ ਵੇਲੇ ਵਰਦੇ ਰਹਿ ਕਈ ਚਲਾਕੀਆਂ। ਸੱਚੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਜੀ, ਇਹ ਸਵਈਏ ਉਚਾਰਨ ਕੀਤੇ ਤੇ ਭਾਈ ਰੋਸ਼ਨ ਸਿੰਘ, ਉਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਜਿਹੜੇ ਸਵਈਏ ਲਿਖੇ ਨੇ ਨਾ, ਕਿਉਂਕਿ 4 ਲਿਖਾਰੀ ਮੇਰੇ ਸੱਚੇ ਪਾਤਸ਼ਾਹ ਦੇ ਨਾਲ ਹਰ ਵੇਲੇ ਰਹਿੰਦੇ ਸਨ। ਭਾਈ ਮਨੀ ਸਿੰਘ ਸ੍ਰੇਸ਼ਟ ਸਨ ਉਹਨਾਂ ਵਿੱਚੋਂ। ਉਹ ਕਹਿਣ ਲੱਗੇ ਰੋਸ਼ਨ ਸਿੰਘ ਜੀ ਦੀ ਆ ਜਿਹੜੇ ਅਸੀਂ ਸਵਈਏ ਲਿਖੇ ਆ ਨਾ, ਤੁਸੀਂ ਇਹਨੂੰ ਤੋਸ਼ੇ ਖਾਨੇ 'ਚ ਰੱਖ ਦਿਓ। ਜਦੋਂ ਸਵਈਏ ਪੜ੍ਹੀਏ ਰੋਸ਼ਨ ਸਿੰਘ ਦੇ ਹੋਈ ਸੰਗਤ ਕਰਦਾ ਮਨ 'ਚ ਆਇਆ, ਕਮਾਲ ਕਰ ਦਿੱਤੀ ਸਵਈਆਂ ਦੀ, ਮੈਂ ਇਹਨਾਂ ਦੀ ਨਕਲ ਕਰਕੇ ਉਚਾਰ ਲਾਂਗਾ। ਉਹਨੇ ਜੀ ਆਪਣੇ ਨਾ ਜੀ, ਜੋ ਸਾਡੀ ਇਤਿਹਾਸ ਕਹਿੰਦਾ, ਆਪਣੇ ਜਿਸਮ ਤੇ ਆ ਪੱਟ ਦੇ ਉੱਤੇ ਲੱਤ ਉੱਤੇ ਨਾ ਹਿੰਟ ਪਾ ਲਿਆ। ਪੜ੍ਹੇ ਲਿਖੇ ਬੰਦੇ ਬਸ ਇੰਨੀ ਗੱਲ ਸਮਝ ਪੈਂਦੀ ਹੈ, ਕਿਉਂਕਿ ਬੁੱਧੀ ਉਸ ਤਰ੍ਹਾਂ। ਉਹਨੇ ਲਿਖ ਲਿਆ ਤੇ ਮਨ 'ਚ ਆਇਆ ਵੀ ਘਰ ਜਾਵਾਂਗਾ, ਇਹ ਸਾਰੀਆਂ ਚੀਜ਼ਾਂ ਨੋਟ ਕਰ ਲਾਂਗਾ। ਇਹ ਵਾਪਸ ਆ ਗਿਆ। ਸੱਚੇ ਪਾਤਸ਼ਾਹ ਮਹਾਰਾਜ ਸਿੰਘਾਂ ਨੂੰ ਕਹਿੰਦੇ ਆ ਵੀ ਇਹਨੂੰ ਇਸ਼ਨਾਨ ਕਰਾਓ ਸਤਲੁਜ ਚ ਲਿਜਾ ਕੇ, ਦਹੀਂ ਸਾਬਣ ਲੈ ਜਾਓ, ਚੰਗੀ ਤਰ੍ਹਾਂ ਨਵਾਓ ਇਹਨੂੰ। ਉਹ ਕਹਿੰਦਾ ਮਹਾਰਾਜ ਮੈਂ ਨਹਾ ਕੇ ਆਇਆ ਸਵੇਰੇ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ। ਹਜ਼ੂਰ ਕਹਿੰਦੇ ਉਹਦੇ ਨਾਲ ਗੱਲ ਨਹੀਂ ਬਣਨੀ, ਇਹਦੇ ਨਾਲ ਬਣਨੀ। ਹੁਣ ਸਮਝ ਉਹ ਵੀ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਚੱਲ। ਉਹਨੂੰ ਲੈ ਗਏ ਤੇ ਸਤਿਗੁਰੂ ਨੂੰ ਪਤਾ ਹੈ, ਮੈਂ ਰਾਤ ਵੀ ਸੀ ਗੱਲ ਕਰ ਰਿਹਾ ਸਾਂ, ਸੁਣ ਰਿਹਾ ਸਾਂ, ਪਹਿਲੀ ਗਲਤੀ, ਪਹਿਲਾ ਪਾਪ ਕਰਨ ਵਿੱਚ ਥੋੜੀ ਜੀ ਮੁਸ਼ਕਲ ਹੁੰਦੀ ਏ। ਇੱਕ ਵਾਰੀ ਬੰਦਾ ਬੁਰੇ ਰਸਤੇ ਤੇ ਤੁਰ ਪਏ, ਫਿਰ ਛੇਤੀ ਮੁੜਦਾ ਕੋਈ ਨਹੀਂ। ਹਜ਼ੂਰ ਨੂੰ ਪਤਾ ਹੈ ਅੱਜ ਸਿਰਫ ਇੱਕ ਬਿਰਤੀ ਨਿਕਲੀ, ਗੁਰੂ ਤੋਂ ਲੁਕਾ ਲਿਆ, ਲਿਖਣਾ ਸ਼ੁਰੂ, ਲਿਖ ਦਿੱਤਾ। ਇਸ਼ਨਾਨ ਕਰਾ ਕੇ ਲੈ ਆਂਦਾ, ਚੰਗੀ ਤਰ੍ਹਾਂ ਕਾਲਖ ਮਲ ਦਿੱਤੀ, ਲਾ ਦਿੱਤੀ। ਜਦੋਂ ਵਾਪਸ ਆਇਆ ਤੇ ਮਹਾਰਾਜ ਨੇ ਸ਼ਬਦ ਵਰਤਿਆ, ਰੋਸ਼ਨ ਕੇ ਰੋਸ਼ਨਾਈ, ਚਾਨਣਾ ਕੇ ਸ਼ਾਹੀ। ਰੋਸ਼ਨ ਦਾ ਅਰਥ ਪ੍ਰਕਾਸ਼ ਤੇ ਰੋਸ਼ਨਾਈ ਕਹਿੰਦੇ ਆ ਸ਼ਾਹੀ ਨੂੰ। ਮਹਾਰਾਜ ਕਹਿੰਦੇ ਰਾਮ ਤੇਰਾ ਰੋਸ਼ਨ ਸਿੰਘ, ਰੋਸ਼ਨ ਕੇ ਰੋਸ਼ਨਾਈ, ਚਾਨਣਾ ਕੇ ਸ਼ਾਹੀ। ਬਸ ਸਮਝ ਗਿਆ, ਚਰਨਾਂ ਤੇ ਡਿੱਗ ਪਿਆ। ਹਜ਼ੂਰ ਕਹਿੰਦੇ ਨੇ ਗੁਰੂ ਨਾਲ ਚਲਾਕੀ ਨਹੀਂ ਵਰਦੀ ਦੀ ਹੁੰਦੀ, ਸਿਆਣਪ ਕਿਤੇ ਵੀ ਨਹੀਂ ਚੱਲਦੀ। ਹਾਂ, ਸਿਮਰਨ ਚੋਂ ਨਿਕਲੀ ਕੋਈ ਸਿਆਣਪ ਦਾ ਮੁਕਾਬਲਾ ਵਿਦਵਾਨ ਵੀ ਨਹੀਂ ਕਰ ਸਕਦਾ। ਜਿਹੜੀ ਬੰਦਗੀ ਚੋਂ ਨਿਕਲਦੀ ਹੈ ਸਿਆਣਪ, ਉਹ ਹੰਕਾਰ ਵਾਲੀ ਨਹੀਂ। ਹਜ਼ੂਰ ਕਹਿੰਦੇ ਸਾਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਫਿਰ ਆਈਏ ਜੀ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਆ ਸਿੱਖੀ ਦਾ ਪਦ ਹੈ, ਮੰਜ਼ਿਲ ਹੈ। ਕਿਵੇਂ ਸਚਿਆਰ ਹੋਈਏ, ਕਿਵੇਂ ਝੂਠ ਦੀ ਕੰਨ ਟੁੱਟੇ। ਅੱਗੇ ਫਿਰ ਸਤਿਗੁਰੂ ਪਹਿਲਾ ਉਪਦੇਸ਼ ਸਾਨੂੰ ਦਿੰਦੇ ਆ ਕਮਾਉਣ ਵਾਸਤੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਰਬੀ ਦਾ ਸ਼ਬਦ ਹੈ ਹੁਕਮ, ਫਾਰਸੀ ਵਿੱਚ ਇਹਦਾ ਸਮਾਨ ਅਰਥੀ ਸ਼ਬਦ ਹੈ ਫਰਮਾਨ। ਉਂਝ ਚਲੋ ਅਸੀਂ ਪੰਜਾਬੀ ਚ ਫੁਰਮਾਨ ਕਹਿੰਦੇ ਆ ਨਾ, ਫਾਰਸੀ ਵਿੱਚ ਫਰਮਾਨ ਲਫ਼ਜ਼ ਹੈ।
हिंदी विच आग्या शब्द वरत लो। फिर बेनती कह, हुक्म, रजाई चलना। कल भी मैं अर्ज की सी, शब्द कह रिजा, रजा, ये तो बनिया रजाई। हुक्म की है? उंज चलो आप कथा तो कर देंगे, पर बाबा जी तो खुद बख्शिश कर गया कि हुक्म क्या नहीं जाता हुंदा। हुक्म रजाई चलना, नानक लिखिया नाल हुक्म। मैं अर्ज की कोश विच इहदा अर्थ फरमान कर लो, समान अर्थ आग्या कर लो, ऑर्डर कर लो। अजकल दी शब्दावली च हुक्म रजाई, ओदे हुक्म च रजा भी वैसे समान अर्थ कहते होंगे, पर उंज रजा का अर्थ होंगे खुशी, प्रसन्नता। कमाल कर दी सच्चे पातशाह जी ने। कहते ने एक हुंदा हुक्म नूं मजबूरी नाल मनना, अंदरों ना मनना, बद्दा चट्टी मनना। मन नहीं मानता पर चारा कोई नहीं रह गया, हुण मनना ही पैना। एक हुंदा कि खुशी नाल स्वीकार कर लेना, नहीं दातिया जो कोई तेरा हुक्म वरत गया मैनू खिड़े मथे परवा। मैं इत्थे रजा दा, रजाई दा अर्थ प्रसन्नता, खुशी करांगे। हुक्म रजो दा हुक्म वरत रहा, ओनू तू खिड़े मथे स्वीकार लै, ओनू स्वीकार कर लै। हुक्म रजाई चलना, उस अनुसार चलना शुरू कर दे। नानक लिखिया नाल, ओ हुक्म तुर दरगाह तो तेरे नाल ही लिखिया गया है। इस संबंधी थोड़ी जी मैं बेनती करांगा। हुक्म अर्ज की अरबी का शब्द है। हुक्म का मतलब की है जिन्नी कुछ समझ पई, पर मैं फिर कह दिया हुक्म नूं नहीं किया जा सकता। जिवें असी देश काल विच हां, देश काल जिवें असी इस मुल्क च रह रहे हैं ते आ जिहड़ा साल लंघ रहे हैं उस समय विच जी रहे हैं। परमात्मा उत्ते कोई देश ते काल लागू नहीं हुंदा। समझ गए मेरी बेनती? ओहदे ते कोई देश लागू नहीं, कोई देश, किसी देश का कानून लागू नहीं, कोई समा ओहदे ते लागू नहीं। जिवें रब उत्ते देश काल दा कोई भी कानून नहीं चलदा, सच एवं हुक्म उत्ते भी कोई समा ते कोई स्थान प्रभाव नहीं पा सकता। हुक्म है कि अगे शब्द हुक्म ही बन जाना है। हुक्म की है? थोड़ा जिहा बेनती करा, ये असल च जिहड़ा हुक्म शब्द है ये भारत दे किसी भी काव्य विच सूफियां ने वरतिया, पर पूर्व दे किसी भी काव्य निर्गुण सरगुण की गल करदे हुक्म नूं जिस कंसैप्ट विच, जिस रूप च गुरु नानक साहब ने वरतिया, किसी ने वरतिया, कुरान सूफियां ने वरतिया, इस्लाम ने वरतिया। हुण हुक्म रजाई चलना, नानक लिखिया नाल। फिर इस हुक्म की है? अगली पौड़ी शुरू कर दिया, हुक्मी होवन आकार हुक्म ना कहा जाई। थोड़ी जी बेनती हुक्म की। एक बार मैनू पता है इत्थे अर्ज कीती सी, इस्लाम हुक्म की गल करदा है जी, कुरान हुक्म कहंदा है कुन फिकुन, कुन माकुन दी जिक्र कर दिन हो जा। इनू जे अंग्रेजी विच ऑर्डर शब्द अर्थ कर लांगे बच्चों नू समझाण लई, पर यह अर्थ नहीं हो सकणगे मुकम्मल, क्योंकि जो कुछ गुरु ग्रंथ साहिब दा शब्द कोश है अंग्रेजी विच वो शब्द कोश नहीं मिलना। इस तरह है ना जी, तुसी प्रोजेक्ट ते कई बार शब्द पढ़ते हो। हुक्म है कि एक गुरमुख विद्वान ने क्या बचन किया, बड़े मैं शब्द सरल जे बोलांगा, ये नहीं कि सानू समझ नहीं पे। जदों वो अपने आपे विच अफुर है, वो एक ओंकार, अफुर कुछ भी नहीं। अरबद नरबद धुंधू कारा, धरना गगना हुक्म पारा, ना दिन रहन चंद ना सूरज, सुन समाध लगाएंदा। हुण वो सुन समाध विच है, जदों अपने आपे विच है, उस दे अपने अंदर जिहड़ा ख्याल, ख्याल मैं शब्द वरता, लफ्ज ने इंसानी है, पर ओदे उत्ते इंसानी लफ्ज भी नहीं ढुक सकता। अपने आपे भी जदों ये फुरना उठिया भी मैं अपने आप नू सुन तो निराकार तो साकार करना है, सच एवे उस फुरने का नाम ही हुक्म है। अगे फिर शुरू होगा भी हुक्मनामा, हुक्म बुझना, वो साकार करना अपने आप नू, वो हुक्म है। ते गुरमुखो ओ हुक्म उस दिन तो लैके अज तक वरदा पिया, ओदे हुक्म नाल ही जन्म हुंदा पिया, ओदे हुक्म नाल ही मौत हुंदी पई। वो हुक्म उदन शुरू होया,
ਪਰ ਉਹ ਸਮੇਂ ਕੋਈ ਨਹੀਂ ਹੁੰਦੇ ਤੇ ਜਦੋਂ ਖੁਸ਼। ਮੈਂ ਤਾਂ ਕਿਹਾ ਤੇ ਕੋਈ ਦੇਸ਼ ਅਸੀਂ ਅੱਜ ਮੰਨ ਲਓ ਇਸ ਮੁਲਕ 'ਚ ਰਹਿੰਦੇ ਹੋ, ਕਿਸੇ 'ਚ ਰਹਿੰਦੇ ਹੋ, ਆਪ ਜੀ ਮੰਨ ਲਓ ਇੱਕ ਮੁਲਕ ਦਾ ਬਾਦਸ਼ਾਹ, ਮੰਨ ਲਓ ਮੈਂ ਕਹਿ ਰਿਹਾ, ਉਹ ਆਪਣੇ ਵੱਲੋਂ ਆਰਡਰ ਕਰਦਾ ਹੈ ਕਿ ਫਲਾਣੀ ਜਗ੍ਹਾ ਦੇ ਉੱਤੇ ਅਟੈਕ ਕਰਨਾ ਹੈ, ਸਿੱਧੀ ਚਲੋ ਇੱਕ ਫੌਜੀ ਦੀ ਗੱਲ ਅਸੀਂ ਲੈ ਲਈਏ, ਉਹਨੇ ਆਰਡਰ ਕਰ ਦਿੱਤਾ, ਪਰ ਜਿਸ ਮਿਸ਼ਨ ਤੇ ਫੌਜੀ ਗਏ ਆਰਡਰ ਕਰਨ ਵਾਲਾ ਉਹਨਾਂ ਦੇ ਨਾਲ ਨਹੀਂ ਗਿਆ ਨਾ ਜੀ। ਉਹ ਇੱਥੇ ਬੈਠਾ ਹੈ, ਕਿਸੇ ਮੁਲਕ ਦਾ ਵੀ ਬਾਦਸ਼ਾਹ, ਸਿਪਾਹੀ ਅੱਗੇ ਚਲੇ ਗਏ। ਕਈ ਵਾਰੀ ਕਈ ਐਸੇ ਕੰਮ ਹੁੰਦੇ ਨੇ ਜਿਹੜੇ 20-20 ਸਾਲ ਚ ਪੂਰੇ ਹੁੰਦੇ ਆ, ਤੇ ਇੱਕ ਪ੍ਰੈਜ਼ੀਡੈਂਟ ਆਪਣੇ ਵੱਲੋਂ ਆਰਡਰ ਕਰ ਦਿੰਦਾ, ਸਾਈਨ ਕਰ ਦਿੰਦਾ ਵੀ ਇਹ ਕੰਮ ਹੋਣਾ ਹੈ। ਯਾਦ ਰੱਖੋ ਉਹਦੇ ਸਾਈਨ ਰਹਿ ਜਾਂਦੇ ਆ, ਸਾਈਨ ਕਰਨ ਵਾਲਾ ਮਰ ਜਾਂਦਾ, ਹੁਕਮ ਰਹਿ ਗਿਆ ਨਾ। ਬੜੇ ਸੌਖੇ ਜਿਹੇ ਤਰੀਕੇ ਨਾਲ ਮੈਂ ਬੇਨਤੀ ਕਰ ਰਿਹਾ ਵਾਂ, ਜਿੰਨੀ ਕੁ ਸਮਝ ਪਈ, ਇਹ ਸਮਝ ਨੂੰ ਆਖਰੀ ਸਮਝ ਨਹੀਂ ਸਮਝਣਾ, ਕਿਉਂਕਿ ਕਹਿਆ ਨਾ ਜਾਏ ਉਹਨੂੰ ਕਹਿ ਨਹੀਂ ਕੋਈ ਸਕਦਾ। ਹੁਣ ਜਿੰਨੇ ਹੁਕਮ ਕੀਤਾ ਉਹਦਾ ਵਜੂਦ ਖਤਮ ਹੋ ਚੁੱਕਾ ਹੈ। ਜੇ ਨਾਮ ਹੀ ਹੋਵੇ, ਉਹ ਹੁਕਮ ਜਿਹੜਾ ਕੀਤਾ ਉਹਦੇ ਵਿੱਚ ਨਹੀਂ ਵਰਤਦਾ। ਹੁਕਮ ਕੀਤਾ ਉਹਨੇ ਆਹ ਕੰਮ ਕਰਨਾ, ਬੰਦੇ ਚਲੇ ਗਏ, ਮਟੀਰੀਅਲ ਚਲਾ ਗਿਆ, ਪਰ ਜਿੰਨੇ ਹੁਕਮ ਕੀਤਾ ਉਹ ਬੰਦਿਆਂ ਦੇ ਵਿੱਚ ਗਿਆ, ਉਹ ਸਰੀਰਕ ਤੌਰ ਤੇ ਵੀ ਨਹੀਂ ਗਿਆ। ਦੁਨੀਆ ਦਾ ਕੋਈ ਬੰਦਾ ਹੁਕਮ ਕਰਦਾ ਹੈ ਤੇ ਜਿੱਥੇ ਉਹਦੇ ਹੁਕਮ ਦੀ ਤਾਮੀਲ ਹੁੰਦੀ ਹੈ, ਹੁਕਮ ਮੰਨਿਆ ਜਾਂਦਾ ਹੈ, ਉੱਥੇ ਹੁਕਮ ਕਰਨ ਵਾਲਾ ਨਹੀਂ ਪਹੁੰਚਦਾ, ਉਹ ਕਈ ਵਾਰੀ ਚਲਾ ਜਾਂਦਾ ਦੁਨੀਆ ਤੋਂ। ਰੱਬ ਜੇ ਹੁਕਮ ਵਰਤਾਂਦਾ ਹੈ, ਜਿੱਥੇ ਉਹਦਾ ਹੁਕਮ ਵਰਦਾ ਉੱਥੇ ਹੁਕਮੀ ਆਪ ਵਰਤਦਾ ਹੈ। ਫਿਰ ਬੇਨਤੀ, ਇਸੇ ਕਰਕੇ ਸਿੱਖ ਫਿਰ ਦੁੱਖ ਨੂੰ ਕਹਿੰਦਾ ਕੋਈ ਨਹੀਂ, ਦੁੱਖ ਵਿੱਚ ਵੀ ਤੂੰ ਹੈ, ਸੁੱਖ ਵਿੱਚ ਵੀ ਤੂੰ ਹੈ, ਮਾਨ ਵਿੱਚ ਵੀ ਤੂੰ ਹੈ, ਅਪਮਾਨ ਵਿੱਚ ਵੀ ਤੂੰ ਹੈ, ਨਿੰਦਿਆ ਵਿੱਚ ਵੀ ਤੂੰ ਹੈ, ਉਸਤਤ ਵਿੱਚ ਵੀ ਤੂੰ ਹੈ। ਤੇ ਸੱਚੇ ਵੀ ਫਿਰ ਸਿੱਖ ਗੁਰੂ ਸਾਹਿਬ ਦੇ ਬਚਨਾਂ ਮੁਤਾਬਕ ਕਹਿੰਦਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵੇਂ ਹੋਣਾ। ਇਹ ਹੈ ਹੁਕਮ ਰਜਾਈ ਚੱਲਣਾ, ਉਸ ਦੇ ਹੁਕਮ 'ਚ ਚੱਲਣਾ। ਹਜ਼ੂਰ ਕਹਿੰਦੇ ਨੇ, ਫਿਰ ਬੇਨਤੀ ਹੈ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜੈ ਜੈ ਰੱਖੈ ਆਪ ਤੈਂ ਜਾਏ ਖੜੋਵਣਾ। ਜਿੱਥੇ ਜਿੱਥੇ ਤੂੰ ਰੱਖੇਗਾ, ਤੇਰੇ ਹੁਕਮ ਤੋਂ ਬਾਹਰ ਕੁਛ ਨਹੀਂ। ਦੋ ਤਰੀਕੇ ਨੇ ਜੀ, ਇੱਕ ਸੰਘਰਸ਼ ਦਾ ਹੈ, ਇੱਕ ਸਮਰਪਣ ਦਾ ਹੈ। ਰੂਹਾਨੀਅਤ ਵਿੱਚ ਮਨ ਨਾਲ ਸੰਘਰਸ਼ ਕਰਨਾ ਹੈ, ਪਰ ਗੁਰੂ ਰੱਬ ਅੱਗੇ ਸਮਰਪਣ ਕੀ ਸੌਖਾ ਹੈ। ਮੈਂ ਬੇਨਤੀ ਕਰਾਂਗਾ, ਸਾਡੇ ਗੁਰਮੁਖ ਕਹਿੰਦੇ ਨੇ ਹੁਕਮ ਦੈਵੀ ਇੱਛਾ, ਦੈਵੀ ਵਿਧਾਨ ਤੇ ਦੈਵੀ ਮਰਜ਼ੀ ਹੈ। ਦੈਵੀ ਇੱਛਾ ਉਹਦੀ ਮਰਜ਼ੀ ਹੈ ਕਿ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਉਹਨੂੰ ਕਿਸੇ ਕਹਿ ਦਿੱਤਾ ਪਹਾੜ ਬਣਾ ਦੇ, ਸਮੁੰਦਰ ਬਣਾ ਦੇ, ਆਪੀ ਨੇ ਆਪ ਸਾਜਤਾ। ਜਿਹਨੂੰ ਆਪ ਕਹਿੰਦੇ ਹੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹਜ਼ੂਰ ਕਹਿੰਦੇ ਨੇ ਪਿਆਰਿਓ, ਉਹਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ। ਹੁਕਮ ਵਿੱਚ ਬਹੁਤ ਕੁਝ ਹੁੰਦਾ ਹੈ, ਹੁਕਮ 'ਚ ਇਕੱਲੇ ਚੰਗੇ ਕੰਮ ਹੀ ਹੁੰਦੇ, ਹਰ ਚੀਜ਼ ਉਹਦੇ ਹੁਕਮ 'ਚ। ਮਹਾਰਾਜ ਸ਼ਬਦ ਵਰਤੇ। ਇੱਕ ਹੋਰ ਗੱਲ, ਚਲੋ ਇੱਥੇ ਵਿਸ਼ਾ ਨਹੀਂ, ਹੁਕਮ ਅੱਜ ਵੀ ਅਸੀਂ ਗੱਲ ਕਰ ਰਹੇ ਸਾਂ, ਹੁਕਮ ਅਟੁੱਟ ਹੈ, ਇਹ ਨਹੀਂ ਟੁੱਟਦਾ। ਕਰਮ ਅਟੁੱਟ ਨਹੀਂ। ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਹਾਲਾਂ ਬਾਣੀ ਨੇ ਕਰਮ ਤੇ ਹੁਕਮ ਦਾ ਜ਼ਿਕਰ ਕੀਤਾ। ਥੋੜਾ ਜਿਹਾ ਇਸ ਬੇਨਤੀ ਨੂੰ ਸੁਣਿਓ ਧਿਆਨ ਨਾਲ। ਪਾਪ ਕਰਮ ਕੀਤੇ, ਮਾੜੇ ਕਰਮ ਕੀਤੇ, ਬਹੁਤ ਕੁਝ ਕੀਤਾ। ਮੇਰੇ ਵਰਗਾ ਕਹੇਗਾ ਨਰਕਾਂ 'ਚ ਡਿੱਗਣਾ। ਤੂੰ ਜਿਹੜੇ ਕਰਮ ਕੀਤੇ ਤੈਨੂੰ ਢੋਈ ਨਹੀਂ ਮਿਲਣੀ। ਬਾਣੀ ਵੀ ਕਹੇਗੀ ਕਿ ਕਰਮ ਜੋ ਕੀਤੇ ਨੇ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ ਵੇਖ ਕਪਾਹੇ ਜੇਥੀਆ। ਬਾਬਾ ਫਰੀਦ ਸਾਹਿਬ ਨੇ ਕਿਹਾ, ਮੰਦੇ ਅਮਲ ਕਰਦਿਆਂ ਕਹਾਂਗੇ ਕਿ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਨੰਗਾ ਦੋਜ਼ਖ ਚਾਲਿਆ ਕਿਆ। ਪਰ ਮੇਰੀ ਇੱਕ ਬੇਨਤੀ ਹੈ, ਕਰਮ ਅਟੁੱਟ ਨਹੀਂ, ਇਹ ਟੁੱਟ ਸਕਦਾ ਤੇ ਟੁੱਟਦਾ ਹੈ ਜਦੋਂ ਉਹਦੇ ਹੁਕਮ ਵਿੱਚ ਕਿਰਪਾ ਵਰਤਦੀ ਏ। ਉਹ ਕਰੋੜਾਂ ਜਨਮਾਂ ਦੇ ਕਰਮ ਵੀ ਸਾੜ ਕੇ ਅੰਦਰੋਂ ਸੁਰਖਰੂ ਕਰ ਦਿੰਦਾ ਹੈ। ਫਿਰ ਬੇਨਤੀ, ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਰਮ ਕੱਟਿਆ ਜਾਂਦਾ ਹੈ, ਜਿਹਨੂੰ ਸਾਹਿਬ ਬਾਣੀ ਚ ਕਹਿੰਦੇ ਆ ਕਿ ਘੋਰ ਦੁਖੰਗ ਅਨਕ ਹਤਿਅੰਗ ਜਨਮ ਦਰਿਦਰੰਗ। ਮਹਾਰਾਜ ਕਹਿੰਦੇ ਨੇ ਸਾਰੇ ਮਿਟ ਸਕਦੇ ਆ, ਘੋਰ ਦੁਖੰਗ ਅਨਕ ਹਤਿਅੰਗ ਜਨਮ ਦਰਿਦਰੰਗ। ਪਰ ਮਿਟਦੇ ਕਿਵੇਂ ਆ? ਕਿ ਜਦੋਂ ਰੱਬ ਦੇ ਨਾਮ ਨਾਲ ਕੋਈ ਜੁੜ ਜਾਂਦਾ ਹੈ। ਮਹਾਰਾਜ ਕਹਿੰਦੇ ਉਹ ਕੱਟੇ ਜਾਂਦੇ ਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਹੁਕਮ 'ਚ ਚੱਲ ਪੋ।
ਪਰ ਚੱਲਣ ਵਾਸਤੇ ਉਹਦੀ ਕਿਰਪਾ ਹੋਵੇ ਤੇ ਤਾਂ ਹੈ ਨਾ। ਹੁਕਮ 'ਚ ਕਿਰਪਾ ਤੋਂ ਬਿਨਾਂ ਚੱਲਿਆ ਜਾਂਦਾ? ਗੁਰੂ ਸਾਹਿਬ ਨੇ ਚੱਲ ਕੇ ਦਿਖਾਇਆ, ਗੁਰਸਿੱਖਾਂ ਨੇ ਚੱਲ ਕੇ ਦਿਖਾਇਆ। ਇੱਥੋਂ ਤੱਕ ਕਿ ਜਦੋਂ ਇਹ ਬਹੁਤ ਬਰੀਕ ਵਿਸ਼ੇ ਬਾਣੀ ਚ ਆਏ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਸਿੱਖਾਂ ਕੋਲ ਭੇਜ ਕੇ ਕਿਹਾ, ਫਲਾਣੀ ਜਾਤ ਜਾਓ, ਉਹਦੇ ਜੀਵਨ ਵਿੱਚੋਂ ਦੇਖਿਓ ਹੁਕਮੀ ਬੰਦਾ ਹੈ। ਭਾਈ ਗੁਰਮੁਖ ਜੀ ਭਾਈ ਭਿਖਾਰੀ ਕੋਲ ਆਏ ਨੇ ਨਾ, ਤੇ ਕੀ ਗੁਰੂ ਅਰਜੁਨ ਦੇਵ ਸਿੱਧਾ ਨਹੀਂ ਸਨ ਕਹਿ ਸਕਦੇ ਵੀ ਹੁਕਮ ਰਜਾਈ ਚੱਲਣਾ? ਉਹਨਾਂ ਨੇ ਸਿੱਖ ਨੂੰ ਸਿੱਖ ਕੋਲ ਭੇਜਿਆ ਕਿ ਇਹਨੂੰ ਪ੍ਰਤੱਖ ਦਿਸ ਪਵੇ। ਭਾਈ ਗੁਰਮੁਖ ਗਏ, ਮੈਂ ਜ਼ਿਆਦਾ ਡਿਟੇਲ ਚ ਨਹੀਂ, ਬੱਚੇ ਦਾ ਵਿਆਹ ਸੀ, ਸਾਰੇ ਸੁਣਨੇ ਆ, ਪੁੱਤਰ ਦਾ ਵਿਆਹ ਹੈ, ਸਾਰਾ ਪਰਿਵਾਰ ਖੁਸ਼, ਕੱਪੜੇ ਸੀ ਰਹੇ ਨੇ, ਹਲਵਾਈ ਲੱਗੇ ਨੇ, ਸਭ ਕੁਝ ਹੋ ਰਿਹਾ, ਪਰ ਗੁਰਮੁਖ ਪਿਆਰਾ ਨਾਲੇ ਬੰਦਗੀ ਕਰ ਰਿਹਾ ਤੇ ਨਾਲੇ ਤੱਪੜ ਸੀ ਰਿਹਾ ਹੈ। ਭਾਈ ਗੁਰਮੁਖ ਜਾਂਦੇ ਆ ਪਰ ਸੋਚਦੇ ਆ ਇਹ ਤਾਂ ਸਾਰਾ ਵਿਆਹ ਦਾ ਸਾਜ਼ੋ ਸਮਾਨ, ਖੁਸ਼ੀ ਇੰਨੀ। ਭਾਈ ਭਿਖਾਰੀ ਤੱਪੜ ਸਿੰਦਿਆਂ ਨੂੰ ਪੁੱਛਦੇ ਆ ਵੀ ਇਹ ਜੋ ਤੁਸੀਂ ਕਰ ਰਹੇ ਹੋ ਵਿਆਹ ਵਿੱਚ ਇਹ ਕੀ? ਕਹਿਣ ਲੱਗੇ ਦੂਜਿਆਂ ਨੂੰ ਪਤਾ ਨਹੀਂ, ਇਹ ਕੱਲ ਨੂੰ ਕੰਮ ਆਉਣਾ, ਇਹਨੇ ਇਹ ਘਰ 'ਚ ਹੈ ਨਹੀਂ, ਦੂਸਰੇ ਦਿਨ ਉਸੇ ਪੁੱਤਰ ਦੀ ਮੌਤ ਹੁੰਦੀ ਹੈ। ਮੈਂ ਤਾਂ ਕਿਹਾ ਵੀ ਕਹਿਣਾ ਮੈਂ ਵੀ ਕਹਿ ਕੇ ਚਲਾ ਜਾਵਾਂਗਾ, ਪਰ ਗੁਰਮੁਖੋ ਹੁਕਮ ਜੇ ਤੇਰੀ ਮਿਹਰ ਹੋਵੇ ਤਾਂ ਮੰਨਿਆ ਜਾਣਾ ਹੈ। ਪਰ ਗੁਰੂ ਜੀ ਕਹਿੰਦੇ ਕੂੜ ਦੀ ਪਾਲ ਟੁੱਟੇਗੀ। ਉਸੇ ਪੁੱਤਰ ਦਾ ਵਿਆਹ, ਉਸੇ ਪੁੱਤਰ ਦੀ ਅਰਥੀ ਸਜਦੀ ਪਈ ਹੈ, ਅਰਥੀ ਤਿਆਰ ਹੋ ਰਹੀ ਹੈ। ਜਿਹੜੇ ਵਿਆਹ ਦੀ ਤਿਆਰੀ, ਪਰਿਵਾਰ ਇੱਕੋ ਹੀ ਹੈ, ਜਿਹੜੇ ਵਿਆਹ ਦੀ ਤਿਆਰੀ ਕਰ ਰਹੇ ਸਨ, ਖੱਸਦੇ ਸਨ, ਉਹ ਰੋ ਰਹੇ ਸਨ। ਜਿਹੜਾ ਤੱਪੜ ਸਿੰਦਿਆ ਬਾਣੀ ਪੜ ਰਿਹਾ ਸੀ, ਉਹ ਪੁੱਤਰ ਦੀ ਲਾਸ਼ ਕੋਲ ਬੈਠਾ ਵੀ ਬਾਣੀ ਪੜ ਰਿਹਾ ਸੀ, ਚੁੱਪ ਸੀ। ਸੰਸਕਾਰ ਕਰਕੇ ਵਾਪਸ ਆਉਂਦੇ ਆ, ਭਾਈ ਗੁਰਮੁਖ ਪੁੱਛ ਲੈਂਦੇ ਆ ਕਿ ਪਤਾ ਸੀ? ਕਹਿੰਦੇ ਸਤਿਗੁਰਾਂ ਨੇ ਇੰਨੀ ਕੁ ਮਿਹਰ ਕੀਤੀ ਹੈ, ਪਤਾ ਸੀ ਇਹਨੇ ਚਲੇ ਜਾਣਾ, ਅਰਦਾਸ ਕਿਉਂ ਨਹੀਂ ਕੀਤੀ? ਕਹਿਣ ਲੱਗੇ ਭਾਣੇ ਵਿੱਚ ਸਿਰ ਝੁਕਾਉਣ ਨਾਲ ਹੀ ਫਲ ਮਿਲਦਾ ਹੈ। ਫਿਰ ਬੇਨਤੀ ਕਰਾਂ, ਹੁਕਮ ਨੂੰ ਰਜਾਈ ਖੁਸ਼ੀ ਨਾਲ, ਜਿਹਨੂੰ ਸਤਿਗੁਰੂ ਬਾਣੀ ਚ ਕਹਿੰਦੇ ਆ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਫਿਰ ਬੇਨਤੀ, ਉਹ ਕਿਵੇਂ ਮੁਖ ਨਹੀਂ ਮੋਰਿਆ? ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠੋ ਆਹੂ ਕੋ ਦੌੜਿਓ। ਯਾਦ ਰੱਖਿਓ, ਸਹਿਜ ਆਨੰਦ, ਇਹ ਹੈ ਰਜਾਈ, ਖੁਸ਼ੀ ਨਾਲ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠੋ ਆਹੂ ਕੋ ਦੌੜਿਓ। ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭਇਓ ਸਾਹਿਬ ਕੋ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਉੱਥੇ 3 ਵਚਨ ਕਹੇ ਭਾਈ ਸਾਹਿਬ ਨੇ, ਇਹ ਭਾਈ ਸੰਤੋਖ ਸਿੰਘ ਉਹਨਾਂ ਨੇ ਲਿਖੇ ਨੇ ਜੀ। ਕਹਿੰਦੇ ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਭਾਈ ਭਿਖਾਰੀ ਬੋਲ ਰਹੇ ਨੇ, ਗੁਰਮੁਖ ਤੈਨੂੰ ਸਤਿਗੁਰਾਂ ਨੇ ਭੇਜਿਆ, ਕਹਿੰਦੇ ਮੇਰੀਆਂ ਗੱਲਾਂ ਸੁਣ ਧਿਆਨ ਨਾਲ। ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਨ ਮਨ ਥਿਰ ਕੀਜੈ। ਹੁਕਮ, ਰਜ਼ਾ ਤੇ ਭਾਣਾ, ਇਹ ਵੀ 3 ਬੜੇ ਸ਼ਬਦ ਡੂੰਘੇ ਆ। ਹੁਕਮ ਵਰਤਦਾ ਹੈ ਤੇ ਰਜ਼ਾ ਵਿੱਚ ਜੇ ਮੰਨਿਆ ਜਾਏ ਤੇ ਫਿਰ ਭਾਣਾ ਲੱਗਦਾ। ਭਾਣਾ ਦਾ ਲਫ਼ਜ਼ੀ ਅਰਥ ਹੁੰਦਾ ਭਾ ਜਾਣਾ। ਭਾਣਾ ਦਾ ਅਰਥ ਹੈ ਚੰਗਾ ਲੱਗਣਾ, ਚੰਗੇ ਲੱਗਣ। ਭਾਣੇ ਵਿੱਚ ਜਨਮ ਵੀ ਹੈ ਤੇ ਭਾਣੇ ਵਿੱਚ ਮੌਤ ਵੀ। ਜਦੋਂ ਭਾਉਂਦਾ ਹੈ ਤੇ ਜਨਮ ਦੇ ਦਿੰਦਾ, ਜਦੋਂ ਚੰਗਾ ਲੱਗਦਾ ਤੇ ਮੌਤ ਆ ਜਾਂਦੀ ਹੈ। ਹਜ਼ੂਰ ਨੂੰ ਸਿੱਖ ਕਹਿ ਰਹੇ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਨ ਮੰਥਰ ਕੀਜੈ। ਕਿਵੇਂ ਭਾਣਾ ਮੰਨੀਏ? ਅੱਗੇ ਭਾਈ ਭਿਖਾਰੀ ਕਹਿੰਦਾ, ਸਤਨਾਮ ਕੋ ਸਿਮਰਨ ਕਰਨਾ, ਸਤਨਾਮ ਵਾਹਿਗੁਰੂ ਬੋਲਿਆ ਕਰੀਏ, ਫਿਰ ਹੁਕਮ ਦੀ ਸਮਝ ਪਏ। ਇਸੇ ਕਰਕੇ ਗੁਰੂ ਜੀ ਨੇ ਕਿਹਾ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਭਾਣਾ ਮਾਨਨ ਮੰਥਰ ਕੀਜੈ, ਸਤਨਾਮ ਕੋ ਸਿਮਰਨ ਕਰਨੋ, ਤਨ ਖੰਤਾ ਕੋ ਹਿਰਦੈ ਬਸਰਨੋ। ਤਨ ਦਾ ਦੇਹ ਦਾ ਮੋਹ, ਮੁਕਤੀ ਕੇ ਮਾਰਗੇ 3 ਕਹੇ ਗੁਰੂ ਅਰ ਸੰਤ ਪਰਵੇ। 3 ਰਸਤੇ ਨੇ। ਮੈਂ ਫਿਰ ਅਰਜ਼ ਕਰਾਂ, ਸੱਚ ਇਹ ਜੇ ਸਿੱਖੀ ਦਾ ਪਹਿਲਾ ਲੈਸਨ ਹੁਕਮ ਰਜਾਈ ਚੱਲਣਾ ਹੈ ਤੇ ਅੰਤਲਾ ਲੈਸਨ ਵੀ ਇਹ ਹੈ, ਇਹਦੋਂ ਤੱਕ ਪਹੁੰਚ ਜਾਣਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਣ ਜਿਹੜਾ ਨਾਲ ਲਿਖਿਆ ਫਿਰ ਬੰਦਾ ਉਲਾਮੇ ਨਹੀਂ ਦਿੰਦਾ, ਉਹਦੀ ਕੀਤੀ ਤੇ ਤਰਕ ਨਹੀਂ ਕਰਦਾ। ਗੁਰੂ ਸਾਹਿਬ ਨੇ ਆਪ ਮੰਨਿਆ ਜੀ। ਮੈਂ ਇੱਕ ਦਿਨ ਕਿਹਾ,
ਸਤਿਗੁਰਾਂ ਨੇ ਜ਼ਫਰਨਾਮੇ ਚ ਕਿਹਾ, ਤੁਰਾ ਗਰ ਨਜ਼ਰ ਹਸਤ ਲਸ਼ਕਰ ਬਾਜ਼ਰ ਕੇ ਮਾਰਾ ਨਿਦਾ ਅਸਤ ਯਜ਼ਦਾ ਸ਼ੁਕਰ। ਤੁਰਾ ਗਰ ਨਜ਼ਰ ਹਸਤ ਲਸ਼ਕਰ ਬਾਜ਼ਰ, ਔਰੰਗਜ਼ੇਬ ਤੇਰੀ ਨਜ਼ਰ ਪੈਸੇ ਤੇ ਫੌਜਾਂ ਤੇ ਹੈ, ਪਰ ਮੈਂ ਪੁੱਤਰਾਂ ਦੀ ਲਾਸ਼ ਕੋਲੋਂ ਨਿਕਲਿਆ ਤੇ ਮੇਰੀ ਨਜ਼ਰ ਰੱਬ ਦੇ ਸ਼ੁਕਰ ਉੱਤੇ ਹੈ। ਮਾਰਾ ਨਿਗਾਹ ਅਸਤ ਅਸਦਰ ਤੇ ਹੈ, ਮੇਰੀ ਨਜ਼ਰ ਹੈ ਯਜ਼ਦਾ। ਇਹ ਲਫ਼ਜ਼ ਬੜੀ ਵਾਰੀ ਸਤਿਗੁਰੂ ਨੇ ਜ਼ਫਰਨਾਮੇ ਚ ਵਰਤਿਆ। ਯਜ਼ਦਾ ਮੀਨਸ ਰੱਬ, ਖੁਦਾ। ਮਾਰਾ ਨਿਗਾਹ ਅਸਤ ਯਜ਼ਦਾ ਸ਼ੁਕਰ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹਦਾ ਮਤਲਬ ਇਹ ਪਵਿੱਤਰਤਾ ਕਰੇਗੀ। ਹੁਣ ਅੱਗੇ ਤੁਰੀਏ। ਹੁਕਮ ਕੀ ਹੈ? ਮੈਂ ਅਰਜ਼ ਕੀਤੀ ਕੇਵਲ ਇਹ ਆਰਡਰ ਹੈ ਕਿ ਜਿਹੜਾ ਅਸੈਂਬਲੀ ਚ ਪਾਸ ਕਰ ਦਿੱਤਾ, ਜਿਹੜਾ ਕੈਬਨਿਟ ਚ ਪਾਸ ਕਰ ਦਿੱਤਾ। ਨਹੀਂ ਪਿਆਰਿਓ, ਇਸ ਹੁਕਮ ਵਿੱਚ ਇੱਕ ਹੋਰ ਖੇਡ ਵਰਦੀ। ਫਿਰ ਬੇਨਤੀ ਕਰਾਂ, ਇੱਕ ਹੁਕਮ ਸ਼ਬਦ ਸੰਬੰਧੀ ਹੁਕਮ ਕਹਿ ਦਿੱਤਾ, ਇਸ ਜ਼ਮੀਨ ਤੇ ਇਮਾਰਤ ਬਣੇਗੀ, ਹੁਕਮ ਹੋ ਗਿਆ ਨਾ। ਪਰ ਕਹਿ ਉਸੇ ਵਕਤ ਇਮਾਰਤ ਵਿੱਚੋਂ ਨਿਕਲੂਗੀ? ਨਹੀਂ ਨਾ। ਇੰਜੀਨੀਅਰ ਆਉਣਗੇ, ਮਟੀਰੀਅਲ ਆਏਗਾ, ਬਹੁਤ ਕੋਈ ਜਾਂਚ ਪੜਤਾਲ ਹੋਏਗੀ। ਬੱਚਾ ਕਿਦਾ ਪਲੀਜ਼ ਫਾਲੋ ਯਾਰ, ਬਹੁਤ ਜਾਂਚ ਪੜਤਾਲ ਹੋਵੇਗੀ। ਪਰ ਫਿਰ ਵੀ ਆਪਣੇ ਆਪਣੀ ਪਦਾਰਥ ਮਟੀਰੀਅਲ ਚਾਹੀਦਾ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸੁਣਿਓ ਗੁਰਮੁਖੋ, ਧਿਆਨ ਦਿਆ ਜੇ, ਜਦੋਂ ਉਹਦਾ ਹੁਕਮ ਵਰਤਦਾ ਹੈ, ਉਹਦੇ ਹੁਕਮ ਦੇ ਵਿੱਚ ਮਟੀਰੀਅਲ ਦੀ ਲੋੜ ਨਹੀਂ ਪੈਂਦੀ, ਉਹਦਾ ਹੁਕਮ ਹੀ ਸਭ ਕੁਝ ਸਿਰਜਦਾ ਹੁੰਦਾ ਹੈ। ਇਸੇ ਕਰਕੇ ਗੁਰੂ ਜੀ ਨੇ ਕਿਹਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਇੱਥੇ ਹੁਕਮੀ ਦਾ ਅਰਥ ਹੈ ਉਹਦੇ ਹੁਕਮ ਨਾਲ। ਇੱਥੇ ਇਹ ਫਿਰ ਬੇਨਤੀ ਹੈ, ਇੱਥੇ ਹੁਕਮੀ ਦਾ ਅਰਥ ਹੁਕਮ ਹੈ, ਹੁਕਮੀ ਹੁਕਮ ਚਲਾਏ ਰਾ। ਉੱਥੇ ਹੁਕਮੀ ਦਾ ਅਰਥ ਹੁਕਮ ਕਰਨ ਵਾਲਾ। ਹੁਕਮੀ ਹੋਵਨ ਆਕਾਰ, ਜਿੰਨੇ ਢਾਂਚੇ ਨੇ ਸਾਰੇ ਉਹਦੇ ਹੁਕਮ ਚ ਨੇ। ਆ ਤਾਰੇ, ਆ ਸਤਾਰੇ, ਜੋ ਕੁਝ ਵੀ ਹੈ, ਹੁਕਮੀ ਹੋਵਨ ਆਕਾਰ। ਪਰ ਨਾਲ ਮਹਾਰਾਜ ਕਹਿੰਦੇ, ਹੁਕਮ ਨਾ ਕਹਿਆ ਜਾਈ। ਕਿਸੇ ਕੋਲ ਤਾਕਤ ਨਹੀਂ ਕਿ ਇਹ ਦੱਸ ਸਕੇ ਕਿ ਆ ਜਿਹੜਾ ਹੁਕਮ ਹੈ ਇਹਨੂੰ ਮੈਂ ਬਿਆਨ ਕਰ ਦੇਣਾ, ਪਰਮਾਤਮਾ ਦਾ ਹੁਕਮ ਇਹ ਵੀ ਨਹੀਂ ਪਿਆਰਿਓ। ਕਿਸੇ ਕੋਲ ਕੀ ਤਾਕਤ? ਉਹਦੇ ਹੁਕਮ ਨਾਲ ਆਕਾਰ ਬਣਿਆ। ਆਪਾਂ ਨੂੰ ਪਤਾ ਕਿ ਆ ਬਾਹਰ ਨਿਕਲਦਿਆਂ ਕਿਹੜਾ ਭਾਣਾ ਵਰਤ ਜਾਣਾ, ਹੁਕਮ ਦਾ ਪਤਾ। ਜਲ ਤੇ ਥਲ ਕਰ, ਥਲ ਤੇ ਕੂਵਾ, ਕੂਬ ਤੇ ਮੇਰ ਕਰਾਵੇ। ਹੁਕਮ ਨਾ ਕਹਿਆ ਜਾਈ। ਬੀਓ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੇ। ਮਤੇ ਥੋੜਾ ਪਾ ਕੇ ਕਹਿੰਦਾ ਮੈਂ ਕੰਮ ਕਰ ਲੱਗਾ, ਨਹੀਂ, ਉਹਦਾ ਹੁਕਮ ਦਾ ਕੋਈ ਪਤਾ ਨਹੀਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਅੱਗੇ ਗੁਰੂ ਜੀ ਕਹਿੰਦੇ ਨੇ, ਹੁਕਮੀ ਹੋਵਨ ਜੀ। ਕੱਲੇ ਢਾਂਚੇ ਸਟਰਕਚਰ ਨਹੀਂ ਬਣਾਏ। ਆ ਢਾਂਚੇ ਤਾਂ ਬੰਦਾ ਮੋਮ ਦੇ ਬੁੱਤ ਬਣਾ ਦਿੰਦਾ, ਬੰਦਿਆਂ ਦੇ, ਲੱਕੜ ਦੇ ਬੁੱਤ ਬਣਾ ਦਿੰਦਾ, ਪਲਾਸਟਿਕ ਦੇ ਬਣਾ ਦਿੰਦਾ, ਪਰ ਜੀ ਪੈਦਾ ਕਰ ਸਕੇਗਾ? ਚੇਤਨਾ ਨਹੀਂ ਪਾ ਸਕਦਾ। ਪਰਮਾਤਮਾ ਨੇ ਕੇਵਲ ਆਕਾਰ ਨਹੀਂ ਬਣਾਏ, ਉਹਨੇ ਆਕਾਰ ਚੇਤਨਾ ਵਿੱਚੋਂ ਪੈਦਾ ਕੀਤੇ ਆ। ਫਿਰ ਬੇਨਤੀ ਸੁਣਿਓ, ਇੱਕ ਨਿੱਕਾ ਜਿਹਾ ਸੈੱਲ ਚੇਤਨਾ ਹੈ, ਉਸ ਚੇਤਨਾ ਦੇ ਵਿੱਚੋਂ ਏਡਾ ਵੱਡਾ ਸਰੀਰ ਨਿਕਲ ਗਿਆ। ਇਕੱਲੇ ਆਕਾਰ ਨਹੀਂ ਬਣਾਏ, ਉਹਨੇ ਜੀ ਵੀ ਪੈਦਾ ਕੀਤਾ ਹੈ। ਚੇਤਨਾ ਜਿਹਨੂੰ ਕਹਿ ਲਈਏ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਉਹਦੇ ਹੁਕਮ ਤੋਂ ਬਿਨਾ ਥੋੜਾ ਵਡਿਆਈ ਮਿਲਦੀ ਹੈ। ਹਾਂ, ਇਹ ਗੱਲ ਵੱਖਰੀ, ਜਿਹਨੂੰ ਮਿਲਦੀ ਏ ਉਹ ਸ਼ੁਕਰ ਜਾਂਦਾ, ਜਿਹਨੂੰ ਨਹੀਂ ਮਿਲਦੀ ਉਹ ਲੱਤਾਂ ਵੱਢਦਾ। ਇਸ ਤਰ੍ਹਾਂ ਹੀ ਹੈ ਨਾ ਜੀ। ਬਾਬਾ ਜੀ ਕਹਿੰਦੇ ਆ, ਨਹੀਂ, ਜਿਸ ਤੂੰ ਦੇ ਤਿਸੈ ਕਿਆ ਚਾਰਾ। ਜਿਹਨੂੰ ਤੂੰ ਵਡਿਆਈ ਦੇਣ ਤੇ ਆਵੇਂ, ਕਿਸੇ ਦਾ ਕੀ ਤਾਕਤ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ। ਛਤਰ ਧਰੈ ਜਾਂ ਕੀ ਛੋਤ ਜਗਤ ਕੋ लागै, ਤਾਂ ਪਰ ਤੂੰ ਹੀ ਧਰੈ ਨੀਚੇ ਊਚ ਕਰੈ। ਮੇਰਾ ਗੋਬਿੰਦ ਕਾਹੂ ਤੇ ਨਾ ਡਰਾ। ਉਹਨੇ ਹੁਕਮ ਕਹਿ ਦਿੱਤਾ, ਇਹਨੂੰ ਵਡਿਆਈ ਮਿਲਣੀ ਹੈ। ਕਿਹੜਾ ਜੰਮੇ ਜਿਹਨੂੰ ਰੋਕਣ ਵਾਲਾ? ਤੇਰੇ ਹੁਕਮ ਚ ਵਡਿਆਈ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ। ਇਹ ਥੋੜਾ ਜਿਹਾ ਬੇਨਤੀ ਜੇ, ਇਹਦੇ ਦੋ ਅਰਥ ਕਰਾਂਗਾ ਮੈਂ, ਕਿਉਂਕਿ ਮੈਂ ਉੱਤੇ ਕਿਹਾ ਵੀ ਹੁਕਮ ਨੂੰ ਕੋਈ ਨਹੀਂ ਕਹਿ ਸਕਦਾ। ਹੁਕਮ ਦੇ ਵਿੱਚ ਉੱਤਮ ਜੂਨ ਪੈਦਾ ਕੀਤੀ ਮਾਨਵੀ, ਤੇ ਹੁਕਮ ਦੇ ਵਿੱਚ ਉਹ ਜੂਨਾ ਸਭ ਤੋਂ ਘੱਟ ਵਿਕਾਸ ਆ ਬਨਸਪਤੀ ਅਸੀਂ ਕਹਿੰਦੇ, ਪਰ ਪੈਦਾ ਤੇ ਉਹਨੇ ਕੀਤੇ ਨੇ ਨਾ। ਇਹ ਸਭ ਕੁਝ ਉਹਦਾ ਰਚਿਆ ਹੋਇਆ। ਮਹਾਰਾਜ ਕਹਿੰਦੇ, ਤੇਰੇ ਹੁਕਮ ਦੇ ਵਿੱਚ ਉੱਤਮ ਜੂਨ ਹੈ, ਤੇਰੇ ਹੁਕਮ ਦੇ ਵਿੱਚ ਨੀਚ ਜੂਨ ਹੈ। ਪਰ ਸੱਚ ਇਹ ਵੇ, ਤੇਰਾ ਹੁਕਮ ਵਰਦਾ ਹੈ। ਪੰਜਾਂ ਤੱਤਾਂ ਦਾ ਸਰੀਰ, ਇੱਕ ਬੰਦਾ ਸਭ ਤੋਂ ਸ੍ਰੇਸ਼ਟ, ਇੱਕ ਬੰਦਾ ਸਾਰੀ ਜ਼ਿੰਦਗੀ ਨੀਚ ਕਰਮ ਹੀ ਕਰਦਾ ਹੈ। ਪਰ ਸਾਹਮਣਾ ਦੋਨਾਂ ਨੂੰ ਵੀ ਥੋੜਾ ਜਿਹਾ, ਬਸ ਮੈਂ 5 ਮਿੰਟ ਤੁਹਾਡੇ ਲੈਣੇ ਆ, ਟਾਈਮ ਜ਼ਿਆਦਾ ਹੋ ਗਿਆ।
मेरा ख्याल मैं जपजी साहिब की 8वीं 10वीं वारी कथा शुरू कर रहे, एक कथा दूजी नाल नहीं रलेगी। हुण उत्तम नीच सच्ची जे धर्म की दुनिया च कहांगे नीच बंदा है, जदों रब नूं पुछोगे ना, ओ प्यो वे, ओ मां है जिहड़ी चंगे करदार वाले पुत्तर ने भी सांभी बैठी है, ये ओ मां है जिहड़ी अत दे नीच कर्म वाले नूं भी सांभी बैठी है। थोड़ा जिहा इसनूं ये जपजी साहिब च, मैं पिछले दिन ही कहा, जपजी साहिब की व्याख्या जपजी साहिब विच ही पई है प्यारिओ। जपजी साहिब दे सारे अर्थ जपजी साहिब च ने। आ जिहड़ा पंच परवान, पंच प्रधान, पंचे पावें दरगा मान, पंचै सोहें दर राजान, ये धर्म खंड च दोबारा पहुंचते हैं। तिथे सोहण पंच परवान, नदरी कर्म पवे निशान। हुण हजूर नूं पुछिए जी, हुक्मी उत्तम नीच, ये तुहाडी कार है उत्ते आप कह रहे हो हुक्मी खोवण आ कार। हाँ बाबा जी कहते हाँ ओहदे हुक्म च ही है। किवें जी? आ उत्तम कौन? जे मनुखां दियां बन गईयां दो श्रेणियां करिए, असंख जप, असंख भाओ, असंख पूजा, असंख तप ताओ, असंख ग्रंथ मुख वेद पाठ, असंख जोग में रहें उदास, असंख भगत गुण ज्ञान विचार, असंख सती, असंख दातार, असंख सूरमोह भक सार, असंख मोन लिव लाए तार। उत्ते खंडन करके आया चुपे चुप ना हो भी। जदों साधन की गल कीती ते खंडन कीता, पर जदों ओदी समुचता की गल कीती, सर्व व्यापकता की गल कीती, कहन लगे मोनी भी तो तेरी बनाए हुए ने ना। असंख मोन लिव लाए तार, कुदरत, कुदरत दा अर्थ इत्थे ताकत है, कायनात नहीं, बलिहारी कुदरत वसिया नहीं। इत्थे कुदरत दा अर्थ ताकत, जोर। मेरी की ताकत मैं तेरे उत्तम बंदियां नूं गिन सकां। कुदरत कवन कहा विचार, वारिया ना जावां एक वार, जो तुध भावै क्योंकि तेरे हुक्म च ने, जो तुध भावै साई भली कार, तू सदा सलामत निरंकार। हुक्मी उत्तम। हुण अगले, असंख मूर्ख अंध घोर, असंख चोर हराम खोर, असंख अमर कर जाहें जोर, असंख गालवड़ हत्या कमाहें, असंख पापी पाप कर जाहें, असंख कूड़ियार कूड़े फिराहें, असंख मलेश माल भक खाएं, असंख निंदक सिर करें भार, नानक नीच कह विचार। वारिया ना जावा एक वार, जो तुद भावै साई भली। ये क्यों भली होगी जी? मैनू दसो, बेनती कहे, झूठ बोलना भली कार है? सारा जोर धर्म तो योरीयत ते लांदा, झूठ ना बोलियो। मैं भी कह, आपां भी कहने निंदिया ना करियो, बड़ा माड़ा काम। किसी की हत्या करनी माड़ा काम, ठगियां मारनियां माड़ा काम। फिर मेरी बेनती है, पर जदों हुक्म दा वरतारा देखोगे, हुक्म की खेड देखांगे, फिर हजूर कहंदे ने कि जो कुछ नीच कर्मी ने ये भी तेरे बनाया। नानक नीच कहे विचार, वारिया ना जावा एक वार, पर वैगुरु जो तुद भावै साई भली कार। अव्वल अल्लाह नूर उपाया, कुदरत के सब बंदे एक नूर ते, हुक्मी खोबन आकार एक नूर। एक नूर ते सब जग उपजया, कौन भले को मंदे। हुक्मी उत्तम नीच, हुक्म लिख दुख सुख पाइए। तेरे हुक्म च तू लिख दिता, कदी सुख हुंदा, कदी जिंदगी च दुख हुंदा, इक्को जिहा दिन नहीं रहिंदे। हुक्मी लिख दुख सुख पाइए, इक ना हुक्मी बख्शीस। इक ना ते तू हुक्म नहीं बख्शिश कर देने, एक हुक्मी सदा भवाइयां। तेरा हुक्म वरदा विचारे भटकी जाते आ, जमदे आ, फिर मरदे आ, फिर जमदे आ, फिर मरदे आ। हुक्म तो तेरा ही है ना। इक ना दर्थ कई, इक ना हुक्मी बख्शीस, एक हुक्मी सदा भवाइयां है। हुक्म है अंदर सब को। जेड़ा बंदा कहना मैं नहीं हुक्म मानता, सच्ची याद रखियो, हुक्म तो बिना वो भी नहीं रह सकता। कई बंदा कहता भी मैं कलकत्ते एक साधु हुए ने, चलो मैं नाम नहीं लवांगा क्योंकि नाम लिया कई बारी होर तरह का हो जाता जी। वो अनपढ़ सन बिल्कुल। उन्होंने को एक पढ़िया लिखा सज्जन आ गया, कह लो भी पूरा ज्ञान नाल भरिया पिया सी। उन्हें बोलना शुरू करता, बड़े लोग इकट्ठे सन। वो साधु सिर्फ नीवी पा के सुनी गया। उन्हें सिद्ध करता, घंटा डेढ़ घंटा बोलिया भी कोई रब नां दी चीज नहीं, कुछ नहीं, सब कुछ उन्हें जो कुछ, क्योंकि दलील है।
ਧਰਮ ਆਸਥਾ ਦਾ ਨਾਂ ਹੈ। ਮੈਂ ਇੱਕ ਵਾਰੀ ਕਿਹਾ ਸੀ ਗੁਰਮੁਖੋ ਕਿ ਧਰਮ ਫੇਥ ਹੈ, ਬਲਾਈਂਡ ਫੇਥ ਹੈ, ਪਰ ਬਲਾਈਂਡ ਪਰ ਫੇਥ ਮਤ ਕਰੋ। ਜਿਹੜਾ ਸ਼ੁਰੂਆਤ ਗੁਰੂ ਕਿਸੇ ਦਲੀਲ ਨਾਲ ਨਹੀਂ ਸ਼ੁਰੂ ਕਰ ਰਹੇ ਕਿ ਰੱਬ ਇਸ ਤਰ੍ਹਾਂ ਆਦ ਸੱਚ, ਫੇਥ ਤੋਂ ਸ਼ੁਰੂ ਕਰ ਰਿਹਾ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਪੁੱਛੀਏ ਸਾਨੂੰ ਸਿੱਧ ਕਰਕੇ ਦੱਸੋ ਆਦ ਸੱਚ ਕਿਵੇਂ ਹੈ? ਸਿੱਧ ਤੇ ਨਹੀਂ ਨਾ, ਸਿਰਫ ਬਚਨ ਹੈ, ਸਤ ਹੈ। ਉਹ ਬੋਲਿਆ ਜੀ 1.5-2 ਘੰਟੇ ਨੇ ਪੂਰਾ ਸਿੱਧ ਕਰਤਾ। ਤੇ ਉਹ ਜਿਹੜੇ ਕੋਲ ਬੈਠੇ ਸਨ ਉਹਨਾਂ ਨੂੰ ਅੰਦਰ ਫੁਰਨੇ ਚੱਲਣ, ਅੱਜ ਸਾਧੂ ਤੋਂ ਉੱਤਰ ਨਹੀਂ ਦਿੱਤਾ ਜਾਣਾ। ਉਹ ਜਿਉਂ-ਜਿਉਂ ਬੋਲੇ ਉਹਨਾਂ ਦਾ ਚਿਹਰਾ ਲਾਲ ਹੋਈ ਜਾਏ। ਜਦੋਂ ਬੋਲ ਕੇ ਹਟ ਗਿਆ ਤੇ ਉਹ ਕਹਿੰਦਾ ਜੀ ਆਪ ਜੀ ਕੁਝ ਬੋਲੋ। ਉਹ ਉੱਠ ਕੇ ਵਜਦ ਚ ਆਇਆ, ਨੱਚ ਕੇ ਕਹਿੰਦਾ ਅੱਜ ਤੀਕਰਾ ਮੇਰਾ ਮਨ ਵੀ ਕਦੀ ਕਦੀ ਡੋਲਦਾ ਸੀ ਰੱਬ ਹੈ ਕਿ ਨਹੀਂ। ਤੈਨੂੰ ਸੁਣ ਤੋਂ ਬਾਅਦ ਪੱਕਾ ਯਕੀਨ ਹੋ ਗਿਆ ਹੈ, ਕਿਉਂਕਿ ਉਹਦੇ ਤੋਂ ਬਿਨਾ ਤੇਰੇ ਵਰਗਾ ਬੰਦਾ ਬੋਲ ਨਹੀਂ ਸਕਦਾ। ਤੁਸੀਂ ਦੇਖੋ ਬੰਦੇ ਨੇ 2 ਗੱਲਾਂ ਕੀਤੀਆਂ, ਪੈਰਾਂ 'ਚ ਡਿੱਗ ਪਿਆ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਕਿਹੜੀ ਚੀਜ਼ ਉਹ ਚੰਗੇ ਉਹਦੇ ਹੁਕਮ ਤੋਂ ਬਾਹਰ ਨੇ, ਮੰਦੇ ਉਹਦੇ ਹੁਕਮ ਤੋਂ ਬਾਹਰ ਨੇ। ਮੈਂ ਇੱਥੇ ਪ੍ਰਕਰਨ ਰੋਕਣ ਲੱਗਾ। ਮਹਾਰਾਜ ਕਹਿੰਦੇ ਆ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਆ ਚੰਦਰਮਾ ਘੁੰਮਦਾ ਪਿਆ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਬਾਬਾ ਜੀ ਕਹਿੰਦੇ ਤੇ ਵਚਨ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ। ਸਮੁੰਦਰ ਸਾਡੇ ਨੇੜੇ ਵੇ। ਹਜ਼ੂਰ ਕਹਿੰਦੇ ਨੇ ਭੀਤਰ ਅਗਨ ਬਨਾਸਪਤ ਮੌਲੀ, ਸਾਗਰ ਪੰਡੈ ਪਾਇਆ। ਜਿਵੇਂ ਤੂੜੀ ਦੀ ਪੰਡ ਬਾਨਿਆ, ਵਾਹ ਪ੍ਰਮਾਤਮਾ ਤੇਰੇ ਹੁਕਮ ਦੇ ਰਸੇ ਵਿੱਚ ਆ ਸਮੁੰਦਰ ਪੰਡ ਦੀ ਤਰ੍ਹਾਂ ਵੱਜਾ ਹੋਇਆ ਹੈ। ਆ ਜਿਸ ਲੱਕੜ ਤੇ ਮੈਂ ਬੈਠਾ ਬੋਲ ਰਿਹਾ, ਜਿਸ ਲੱਕੜ ਦੇ ਘਰਾਂ 'ਚ ਅਸੀਂ ਰਹਿੰਦੇ ਆ, ਇਹ ਬਰੂਦ ਭਰਿਆ ਪਿਆ, ਕਿਸੇ ਦੇ ਹੁਕਮ ਵਿੱਚ ਵੱਜਾ ਹੋਇਆ ਹੈ। ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤੇ ਮਹਾਰਾਜ ਜੀ ਜਿਹੜੀ ਮੈਲ ਚੜੀ ਆਉਂਦੀ ਨਾਲ, ਹਉਮੈ ਕੂੜ ਦੀ ਪਾਲ। ਹਜ਼ੂਰ ਕਹਿੰਦੇ ਦੀ ਦਵਾਈ ਇੱਕੋ ਹੀ ਹੈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿਣ ਕੋ। ਇੱਥੇ ਆਪਾਂ ਵਿਸ਼ਰਾਮ ਦਿੰਦੇ ਹਾਂ। 1.5 ਘੰਟਾ ਹੋ ਗਿਆ ਮੈਨੂੰ ਬੋਲਦੇ ਆ। ਕੱਲ ਨੂੰ ਇਸ ਤੋਂ ਅੱਗੇ ਆਪਾਂ ਚੱਲਾਂਗੇ ਜੀ। ਹੁਕਮੇ ਜੇ ਬੁੱਝੈ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ। ਹਉਮੈ ਅਸੀਂ ਥੋੜਾ ਕ੍ਰੀਏਟ ਕੀਤੀ, ਅਸਾਂ ਥੋੜਾ ਬਣਾਈ। ਭਾਈ ਸਾਹਿਬ ਅੱਜ ਕਥਾਵਾਚਕ ਭਾਈ ਸੁਖਵਿੰਦਰ ਸਿੰਘ ਬੈਠੇ, ਗੱਲ ਮੈਨੂੰ ਬੜੀ ਚੰਗੀ ਲੱਗੀ। ਕਹਿੰਦੇ ਆ ਵੀ ਜਿੰਨੀ ਮਰਜ਼ੀ ਬਾਣੀ ਪੜ੍ਹੀ, ਝਿੜਕਦੇ ਨੇ ਬਾਬਾ ਜੀ, ਬਹੁਤ ਕੁਝ ਕਹਿੰਦੇ ਆ। ਅਖੀਰ ਤੇ ਫਿਰ ਕਹਿੰਦੇ ਕੋਈ ਨਹੀਂ, ਤੈਨੂੰ ਨਰਕ 'ਚ ਨਹੀਂ ਡਿੱਗਣ ਦਿੰਦਾ। ਬੜੇ ਬਖਸ਼ਿੰਦ ਨੇ।